ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਫਿਟ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ। ਭਾਵ ਇਹੋ ਜਿਹੇ ਜੀਵਨ ਦੇ ਉੱਪਰ ਫਿਟਕਾਰ ਹੈ, ਇਹੋ ਜਿਹਾ ਜੀਵਨ ਵਿਅਰਥ ਹੈ ਜਿਸ ਵਿੱਚ ਅਸੀਂ ਸਿਰਫ ਖਾ ਖਾ ਕੇ ਆਪਣਾ ਪੇਟ ਵਧਾ ਰਹੇ ਹਾਂ। ਸੋ ਆਪ ਜੀ ਨੂੰ ਅੰਦਾਜ਼ਾ ਤਾਂ ਚੱਲ ਗਿਆ ਹੋਵੇਗਾ ਕਿ ਅੱਜ ਅਸੀਂ ਗੱਲਬਾਤ ਜਿਹੜੀ ਆ ਇੱਕ ਬੜੀ ਅਹਿਮ ਔਰ ਗੰਭੀਰ ਸਿਹਤ ਸਮੱਸਿਆ ਮੋਟਾਪੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਔਰ ਮਾਹਰ ਦੇ ਤੌਰ ਤੇ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਡਾਕਟਰ ਅਵਤਾਰ ਭੱਟੀ ਨੂੰ, ਜਿਹੜੇ ਕਿ ਹੋਮਿਓਪੈਥੀ ਐਕਸਪਰਟ ਹਨ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ। ਜੀ ਬਹੁਤ ਬਹੁਤ ਧੰਨਵਾਦ ਮਨਜੀਤ ਜੀ, ਤੁਹਾਡਾ ਜੀ ਵੈਲਕਮ ਹੈ ਜੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਜੀ ਇਸ ਨੂੰ ਅਸੀਂ ਨਾਮ ਦਿੱਤਾ ਹੋਇਆ ਹੈਲਥ ਐਂਡ ਫਿਟਨੈਸ। ਜੀ ਬਿਲਕੁਲ। ਸੋ ਜਿਵੇਂ ਅਸੀਂ ਗੱਲਬਾਤ ਕੀਤੀ ਕਿ ਮੋਟਾਪਾ ਜੀ ਬਹੁਤ ਖਤਰਨਾਕ ਸਮੱਸਿਆ ਵਾ, ਓਬੈਸਿਟੀ ਵੀ ਕਹਿ ਦਿੰਦੇ ਇਹਨੂੰ। ਬਿਲਕੁਲ। ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਮੋਟਾਪਾ ਹੈ ਐਗਜ਼ੈਕਟਲੀ ਹੈ ਕੀ ਆ? ਸਭ ਤੋਂ ਪਹਿਲਾਂ ਤਾਂ ਜੀ ਟੌਪਿਕ ਅੱਜ ਦਾ ਬਹੁਤ ਵਧੀਆ ਆ ਜੀ, ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ, ਜਾਂ ਇਹ ਪ੍ਰੋਬਲਮ ਨਹੀਂ ਕਹਿ ਸਕਦੇ, ਪਰ ਇਹਦੀ ਫੇਸਿੰਗ ਬਹੁਤ ਜ਼ਿਆਦਾ ਹਰ ਘਰ ਦੇ ਵਿੱਚ ਇਹਦੀ ਫੇਸਿੰਗ ਹੈ। ਕੋਈ ਨਾ ਕੋਈ ਮੈਂਬਰ ਇਹੋ ਜਿਹਾ ਹੈ ਜਿਹੜਾ ਇਹਨੂੰ ਫੇਸ ਕਰ ਰਿਹਾ ਜੀ। ਸੋ ਓਬੇਸਿਟੀ ਜਿਹੜਾ ਹੈਗਾ ਵਰਡ ਆ, ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਜਿਹੜੀ ਸਾਡੀਆਂ ਇਨਟੇਕ ਕੈਲੋਰੀਜ਼ ਹੈ ਉਹਦੇ ਵਿੱਚ ਤੇ ਕੰਜ਼ਿਊਮਿੰਗ ਕੈਲੋਰੀ ਹੈ, ਇਹਦੇ ਵਿੱਚ ਬੈਲੈਂਸ ਹੋਣਾ ਜ਼ਰੂਰੀ ਹੈ। ਜੇ ਬੈਲੈਂਸ ਨਹੀਂ ਹੁੰਦਾ ਫਿਰ ਉਹ ਜਿਹੜੀਆਂ ਗੇਨਿੰਗ ਹੈਗੀ ਆ, ਉਹ ਜਿਹੜੀਆਂ ਕੈਲੋਰੀਜ਼ ਅਸੀਂ ਪਾ ਰਹੇ ਹਾਂ ਉਹ ਕਿਤੇ ਨਾ ਕਿਤੇ ਜਮ੍ਹਾਂ ਹੋਣ ਲੱਗ ਪੈਂਦੀਆਂ। ਸੋ ਇਹਦੇ ਲਈ ਇੱਕ ਬਹੁਤ ਹੀ ਸਿੰਪਲ ਕੈਲਕੂਲੇਟਰ ਹੁੰਦਾ, ਆਨਲਾਈਨ ਵੀ ਆਪਣੇ ਗੂਗਲ ਤੇ ਵੀ ਇਹ ਕੀਤਾ ਜਾ ਸਕਦਾ। ਉਹਨੂੰ ਅਸੀਂ ਕਹਿੰਦੇ BMI ਜੀ, ਬੋਡੀ ਮਾਸ ਇੰਡੈਕਸ। ਠੀਕ ਹੈ ਜੀ। ਉਹਦੇ ਨਾਲ ਤੁਸੀਂ ਆਪਣੀ ਹਾਈਟ ਤੇ ਆਪਣਾ weight ਜਦੋਂ ਪਾਓਗੇ ਤੇ ਉਹ ਤੁਹਾਡਾ ਦੱਸ ਦੇਗਾ ਵੀ ਤੁਸੀਂ ਕਿਸ ਤਰ੍ਹਾਂ ਦੇ ਹੋ, ਕਿਹੜੀ ਪ੍ਰੋਪੋਰਸ਼ਨੇਟਲੀ ਹੋਣੀ ਚਾਹੀਦੀ ਤੁਹਾਡੀ ਹਾਈਟ ਐਂਡ ਜਿਹੜਾ ਬੋਡੀ weight ਆ। ਬਿਲਕੁਲ। ਇਹਦੀ ਇੱਕ ਪਰਸੈਂਟੇਜ ਉਹਨਾਂ ਨੇ ਫਿਕਸ ਕੀਤੀ ਹੋਈ ਹੈ ਕਿ ਜੇ 18 ਤੱਕ ਇਹਦੀ ਰੇਸ਼ੋ ਹੈ ਤਾਂ 18 ਤੋਂ ਥੱਲੇ ਜੇਕਰ ਹੈ ਤਾਂ ਤੁਸੀਂ ਅੰਡਰ weight ਕੀਤਾ ਜਾਂਦਾ ਹੈ ਤੁਹਾਨੂੰ। ਜੇਕਰ 18 ਤੋਂ ਲੈ ਕੇ 24-25 ਤੱਕ ਰਫਲੀ ਹੈਗਾ ਤਾਂ ਤੁਸੀਂ ਇੱਕ ਨਾਰਮਲ weight ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਣਾ BMI ਦੇਖੋ। ਅਗਰ 18 ਤੋਂ 25 ਦੇ ਵਿੱਚ ਹੈ ਤਾਂ ਤੁਹਾਨੂੰ ਮਤਲਬ ਇਹਨੂੰ ਮੇਨਟੇਨ ਕਰਨ ਦੀ ਲੋੜ ਹੈ। ਵਰੀ ਤਾਂ ਕਰਨੀ ਪੈਣੀ ਆ ਪਰ ਮੇਨਟੇਨ ਕਰਨ ਦੀ ਲੋੜ ਹੈ, ਪਰ ਇੱਥੇ ਨਹੀਂ ਵਰੀ ਕਰਨ ਦੀ ਲੋੜ ਕਿ ਤੁਹਾਨੂੰ ਇਹ ਤੁਸੀਂ ਨਾਰਮਲ weight ਦੇ ਵਿੱਚ ਆਉਂਦੇ ਆ। ਅਗਰ 25 ਤੋਂ 30 ਦੇ ਵਿੱਚ ਰੇਸ਼ੋ ਆ ਗਈ ਆ ਤਾਂ ਉਹ ਤੁਹਾਡਾ ਓਵਰਵੇਟ ਗਿਣਿਆ ਜਾਂਦਾ ਹੈ। ਅੱਛਾ ਜੀ। ਜੇ 30 ਨੂੰ ਵੀ ਕ੍ਰਾਸ ਕਰ ਗਿਆ ਤਾਂ ਫਿਰ ਓਬੇਸਿਟੀ, ਜਿਹਨੂੰ ਅਸੀਂ ਮੋਟਾਪਾ ਕਹਿੰਦੇ ਹਾਂ ਜੀ। ਸੋ ਜੇ 35 ਤੋਂ ਵੀ ਉੱਪਰ ਆ ਗਿਆ ਫਿਰ ਤਾਂ ਮਤਲਬ ਥੋੜਾ ਜਿਹਾ ਚਿੰਤਾ ਕਰਨ ਦੀ ਲੋੜ ਪੈਂਦੀ ਹੈ ਕਿ ਸਾਡੀ ਬਾਡੀ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ, ਕਿਉਂ ਇਹ ਜਿਹੜਾ ਹੈਗਾ ਆ ਇਹ ਕੈਲਰੀਜ਼ ਜਿਹੜੀਆਂ ਹੈ ਬਾਡੀ ਦੇ ਵਿੱਚ ਇਕੱਠੀਆਂ ਹੋ ਰਹੀਆਂ। ਸੋ ਬੇਸਿਕਲੀ ਇਹਦੇ ਵਿੱਚ ਜਿਹੜੀ ਮੋਟਾਪਾ ਹੁੰਦਾ ਉਹਦੀ ਇੱਕ ਟਾਈਪ ਇਸ ਤਰ੍ਹਾਂ ਕਹਿ ਦਿੰਦੇ ਕਿ ਐਪਲ ਸ਼ੇਪ ਜਿਹੜੀ ਬਾਡੀ ਹੈ ਉਹ ਮੋਟਾਪੇ ਵਾਲੀ ਹੈ ਜੀ। ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਐਪਲ ਸ਼ੇਪ ਤੁਹਾਡੀ ਟੰਮੀ ਜਿਹੜੀ ਹੈ ਬੈਲੀਜ਼ ਹੈ ਉਹਦੇ ਉੱਤੇ ਫੈਟ ਜ਼ਿਆਦਾ ਇਕੱਠਾ ਹੋ ਰਿਹਾ ਤਾਂ ਉਹ ਡੈਫੀਨੇਟਲੀ ਕਿ ਉਹ ਤੁਹਾਡੀ ਓਬੇਸਿਟੀ ਵੱਲ ਨੂੰ ਦਿਖਾ ਰਹੀ ਹੈ ਵੀ ਇਹ ਜਾ ਰਿਹਾ ਹੈਗਾ ਨਾ। ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਹਾਂ ਵੀ ਕੈਲੋਰੀਜ਼ ਜਿਹੜੀਆਂ, ਜਿਸ ਤਰ੍ਹਾਂ ਮੈਂ ਕਿਹਾ ਹੈ ਨਾ, ਹੁਣ ਇੱਕ ਐਗਜ਼ਾਮਪਲ ਇੱਥੇ ਲੈਂਦੇ ਆ ਕਿ ਜਿੱਦਾਂ ਹੁਣ ਕਾਰ ਹੈ ਆਪਣੀ, ਹੈ ਨਾ, ਕਾਰ ਦੀ ਟੈਂਕੀ ਦੇ ਵਿੱਚ ਪੈਟਰੋਲ ਡੀਜ਼ਲ ਜੋ ਵੀ ਗੈਸ ਪੈਂਦੀ ਆ, ਪਰ ਉਹ ਬਰਨ ਜਿਹੜੀ ਹੁੰਦੀ ਆ ਜਦੋਂ ਅਸੀਂ ਉਹਨੂੰ ਭਜਾਉਂਦੇ ਆ ਤਾਂ ਉਹ ਉਨੀ ਹੀ ਬਰਨ ਕਰਦੀ ਆ, ਫਿਰ ਅਸੀਂ ਉਹਨੂੰ ਪਾਣੀ ਵੀ ਜ਼ਿਆਦਾ ਪੈਂਦੀ ਆ। ਬਿਲਕੁਲ। ਜੇ ਅਸੀਂ ਉਹਨੂੰ ਨਹੀਂ ਚਲਾਉਂਦੇ ਤਾਂ ਉਹ ਉਸੇ ਤਰ੍ਹਾਂ ਰਹਿੰਦੀ ਹੈ ਨਾ। ਪਰ ਜਿਹੜੀ ਸਾਡੀ ਬਾਡੀ ਹੈ ਇਹਨੂੰ ਵੀ ਸਮਝਣ ਦੀ ਲੋੜ ਹੈ, ਇਹ ਵੀ ਇੱਕ ਟੈਂਕੀ ਆ, ਹੈ ਨਾ। ਇਹਦੇ ਵਿੱਚ ਪਾਓ ਉਨੀ ਜਿੰਨੀ ਇਹ ਬਰਨ ਕਰ ਸਕਦੀ ਹੈ। ਇੰਜਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਇੰਜਨ ਦੀ ਤਰ੍ਹਾਂ ਬਿਲਕੁਲ। ਮਸ਼ੀਨਾਂ ਚੱਲ ਰਹੀਆਂ 24 ਆਵਰ ਚੱਲ ਰਹੀਆਂ, ਹੈ ਨਾ। ਜੇਕਰ ਉਹ ਤੁਸੀਂ ਪਾਈ ਜ਼ਿਆਦਾ ਜਾ ਰਹੇ ਆ, ਹੁਣ ਟੈਂਕੀ ਤਾਂ ਉਹ ਓਵਰਫਲੋ ਕਰਕੇ ਡੋਲ ਦਿੰਦੀ ਹੈ ਤੁਹਾਨੂੰ। ਬਿਲਕੁਲ। ਬਾਡੀ ਦੇ ਵਿੱਚ ਇਹ ਬੜਾ ਇਹ ਹੈ ਨਹੀਂ ਡੋਲਣ ਵਾਲਾ ਪ੍ਰੋਸੈਸ। ਉਹ ਕਹਿੰਦੀ ਚਲ ਮੈਂ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹਾਂ। ਸੋ ਸਾਨੂੰ ਸਮਝਣਾ ਪੈਣਾ, ਟੈਂਕੀ ਵੱਡੀ ਹੋਣ ਲੱਗ ਪੈਂਦੀ, ਟੈਂਕੀ ਵੱਡੀ ਹੋਣ ਲੱਗ ਪੈਂਦੀ ਹੈ। ਜਦੋਂ ਸਾਨੂੰ ਲਾਗੇ ਇੰਡੀਕੇਸ਼ਨ ਪੇ ਵੱਧ ਰਿਹਾ ਤਾਂ ਉੱਥੇ ਤੁਹਾਨੂੰ ਸੋਚਣਾ ਹੈ ਕਿ ਮੇਰੀਆਂ ਇਨਟੇਕ ਕੈਲੋਰੀਜ਼ ਜਿਹੜੀਆਂ ਹੈਗੀਆਂ ਉਹ ਕਿੰਨੀਆਂ ਆ ਤੇ ਬਰਨਿੰਗ ਕਿੰਨੀਆਂ ਹੈ। ਜੇ ਤੁਸੀਂ ਓਵਰ ਕਰੀ ਜਾਓਗੇ ਉਹ ਜਮ੍ਹਾਂ ਹੋ ਕੇ ਫਿਰ ਤੁਹਾਡਾ ਮੋਟਾਪਾ ਬਣਦਾ। ਈਟਿੰਗ ਹੈਬਿਟਸ ਨੂੰ ਚੈੱਕ ਕਰਨ ਦੀ ਲੋੜ ਆ। ਈਟਿੰਗ ਹੈਬਿਟਸ ਦਾ ਬਹੁਤ ਇਹਦੇ ਵਿੱਚ ਸਾਰਾ ਕੁਝ ਹੀ ਹੈ, ਮੈਂ ਉਹ ਸਾਰੇ ਦੱਸਾਂਗਾ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਮੇਨਟੇਨ ਕਰਨਾ। ਪਰ ਜੇ ਤੁਹਾਨੂੰ ਇੰਡੀਕੇਸ਼ਨ ਹੋ ਰਹੀ ਆ, ਹੁਣ ਬੈਂਕ ਦੇ ਵਿੱਚ ਆਪਾਂ ਪੈਸੇ ਜਮ੍ਹਾਂ ਹੁੰਦੇ, ਤੁਹਾਡੀ ਪੇ ਆਉਂਦੀ ਆ $5000 ਤੁਹਾਡੀ ਪੇ ਆ, ਤੁਸੀਂ 4000 ਯੂਜ਼ ਕਰਦੇ, 1000 ਜਮ੍ਹਾਂ ਹੋਈ ਗਿਆ। ਉਹ ਜਮ੍ਹਾਂ ਹੋਣਾ ਤਾਂ ਗੁੱਡ ਹੈ, ਪਰ ਬਾਡੀ ਦਾ ਜਿਹੜਾ ਜਮ੍ਹਾਂ ਹੋ ਗਿਆ
ਉਹ ਬਹੁਤ ਮਾੜਾ ਹੈ, ਉਹ ਚਿੰਤਾ ਦਾ ਵਿਸ਼ਾ। ਸੋ ਉਹ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜੇ ਆਪਾਂ ਇਹਦੇ ਬਾਰੇ ਆਪਾਂ ਇਹਨੂੰ ਸ਼ੁਰੂ 'ਚ ਮੇਨਟੇਨ ਕਰ ਲਾਂਗੇ ਤਾਂ ਇਹ ਪ੍ਰੋਬਲਮ, ਇਹ ਬਿਮਾਰੀ ਨਹੀਂ ਹੈ, ਇਹ ਬਿਮਾਰੀਆਂ ਦਾ ਕਈਆਂ ਦਾ ਇੱਕ ਰਸਤਾ ਹੈਗਾ ਆ, ਕਾਰਨ ਬਣਦੀ ਹੈ। ਪਰ ਆਪਾਂ ਇਹਨੂੰ ਉੱਥੇ ਹੀ ਇੱਕ ਵਾਰ ਕੰਟਰੋਲ ਕਰ ਲਈਏ ਤਾਂ ਇਹ ਕੰਟਰੋਲ ਹੋ ਸਕਦੀ ਹੈ। ਸੋ ਡਾਕਟਰ ਸਾਹਿਬ, ਇਹ ਜਿਹੜੀ ਸਮੱਸਿਆ ਵਾ ਮੋਟਾਪਾ ਬਹੁਤ ਗੰਭੀਰ ਸਮੱਸਿਆ ਵਾ। ਮੈਂ ਚਾਹੁੰਦਾ ਕਿ ਕੁਝ ਡਾਟਾ ਜਿਹੜਾ ਸ਼ੇਅਰ ਕਰ ਲਈਏ ਦਰਸ਼ਕਾਂ ਦੇ ਨਾਲ, ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਕਿੰਨੀ ਕੁ ਗੰਭੀਰ ਸਮੱਸਿਆ ਹੈ ਜੀ। ਬਿਲਕੁਲ। ਔਰ ਕਿਉਂ ਅਸੀਂ ਅੱਜ ਇਸ ਉੱਪਰ ਇੰਨਾ ਜ਼ੋਰ ਪਾ ਰਹੇ ਹਾਂ। ਬਿਲਕੁਲ ਜੀ, ਬਿਲਕੁਲ। ਸੋ WHO ਵੱਲੋਂ ਇਹ ਡਾਟਾ ਦਿੱਤਾ ਹੋਇਆ ਜੀ। ਜੇ ਗੱਲ ਕਰੀਏ ਵਰਲਡ ਵਾਈਡ ਤੇ ਓਬੈਸਿਟੀ ਜਿਹੜੀ ਹੈ ਜੀ 1975 ਤੋਂ ਲੈ ਕੇ ਜੀ 2016 ਤੱਕ 3 ਗੁਣਾ ਵਧੀ ਹੈ ਜੀ। ਬਹੁਤ ਜ਼ਿਆਦਾ ਖਤਰੇ ਵਾਲੀ ਤੇਜ਼ੀ ਨਾਲ ਵਾਧਾ ਹੋਇਆ ਜੀ ਮੋਟਾਪੇ ਦੇ ਵਿੱਚ। ਔਰ 2016 ਦੇ ਵਿੱਚ 1.9 ਬਿਲੀਅਨ ਅਡਲਟਸ ਜਿਹੜੇ ਨੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉੱਪਰ ਹੈ ਜੀ, ਉਹ ਓਵਰਵੇਟ ਸਨ ਜੀ, ਜਿਨ੍ਹਾਂ ਵਿੱਚੋਂ 650 ਮਿਲੀਅਨ ਜਿਹੜੇ ਨੇ ਉਹ ਓਬੈਸਿਟੀ ਦੇ ਸ਼ਿਕਾਰ ਨੇ ਜੀ। ਸੋ ਇਸੇ ਤਰ੍ਹਾਂ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਆ, ਉਹ 38 ਮਿਲੀਅਨ ਜੀ। ਇਸੇ ਤਰ੍ਹਾਂ ਜਿਹੜੇ ਬੱਚੇ ਜਿਹੜੇ ਨੇ ਉਹ 6 ਸਾਲ ਤੋਂ 19 ਸਾਲ ਦੇ ਵਿੱਚ ਨੇ ਜੀ, ਉਹਨਾਂ ਦੇ ਵਿੱਚ 340 ਮਿਲੀਅਨ ਬੱਚੇ ਜਿਹੜੇ ਨੇ ਓਬੈਸਿਟੀ ਦੇ ਜਾਂ ਓਵਰਵੇਟ ਦੇ ਸ਼ਿਕਾਰ ਨੇ ਜੀ। ਸੋ ਬੱਚਿਆਂ ਦੇ ਵਿੱਚ ਵੀ ਇਹ ਕਾਫੀ ਬਹੁਤ ਗੰਭੀਰ ਮੁੱਦਾ ਵਾ। ਔਰ ਜੇਕਰ ਗੱਲ ਕਰੀਏ ਬੱਚਿਆਂ ਦੇ ਵਿੱਚ ਪਰਸੈਂਟੇਜ ਵਿੱਚ ਕਿੰਨਾ ਵਾਧਾ ਹੋਇਆ ਜੀ, 1975 ਦੇ ਵਿੱਚ 4% ਜੀ, ਔਰ ਹੁਣ ਜਿਹੜੀ ਹੈ 18% ਹੋ ਚੁੱਕੀ। ਬਹੁਤ ਜ਼ਿਆਦਾ ਦੇਖੋ ਚਿੰਤਾ ਦਾ ਵਿਸ਼ਾ ਹੈ ਜੀ। ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਡਾਕਟਰ ਸਾਹਿਬ ਕਿ ਓਬੈਸਿਟੀ ਦੇ ਕਾਰਨ 2017 ਦੇ ਵਿੱਚ ਜੀ ਜਿਹੜੀ ਵਰਲਡ ਵਾਈਡ ਮੌਤ ਦਰ ਹੈ ਉਹ 4.7 ਹੈ ਜੀ, ਯਾਨੀ ਕਿ ਹਰ ਸਾਲ ਲਗਭਗ 4.7 ਮਿਲੀਅਨ ਜਿਹੜੇ ਲੋਕ ਨੇ ਉਹ ਮਰ ਜਾਂਦੇ ਨੇ, ਜਿਹੜਾ ਕਿ ਟੋਟਲ ਵਰਲਡ ਦੇ ਵਿੱਚ ਜਿਹੜੀਆਂ ਡੈਥਸ ਹੁੰਦੀਆਂ ਨੇ ਉਹਦਾ 8% ਹੈ। ਬਹੁਤ ਜ਼ਿਆਦਾ। ਸੋ ਇਹ ਡਾਟਾ ਇਸ ਕਰਕੇ ਸ਼ੇਅਰ ਕੀਤਾ ਵਾ ਕਿ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗੇ ਵੀ ਇਹ ਸਮੱਸਿਆ ਗੰਭੀਰ ਕਿੰਨੀ ਹੈ। ਬਿਲਕੁਲ ਜੀ, ਬਿਲਕੁਲ। ਔਰ ਸਾਨੂੰ ਸਤਰਕ ਹੋਣ ਦੀ ਲੋੜ ਹੈ, ਸਾਨੂੰ ਜਾਣਨ ਦੀ ਲੋੜ ਹੈ ਵੀ ਕਾਰਨ ਕੀ ਨੇ ਓਬੈਸਿਟੀ ਦੇ ਜੀ। ਸੋ ਡਾਕਟਰ ਸਾਹਿਬ ਫਿਰ ਦੱਸੋ ਜੀ ਕੀ ਕਾਰਨ ਨੇ। ਬਿਲਕੁਲ ਜੀ, ਦੇਖੋ ਓਬੈਸਿਟੀ ਦਾ ਜਿਹੜਾ ਸਭ ਤੋਂ ਦੇਖਿਆ ਗਿਆ ਆ ਉਹਦੇ ਵਿੱਚ ਇੱਕ ਜੈਨੇਟਿਕਲੀ ਵੀ ਹੁੰਦਾ ਆ ਕਿ ਜੇਕਰ ਬੱਚਿਆਂ ਨੂੰ ਜਿਹੜੇ ਪੇਰੈਂਟਸ ਆ ਉਹਨਾਂ ਦੇ ਵਿੱਚ ਜੈਨੇਟਿਕਲੀ ਇਸ ਤਰ੍ਹਾਂ ਦੇ ਜੀਨ ਚਲ ਜਾਂਦੇ ਆ ਕਿ ਉਹ ਥੋੜਾ ਜਿਹਾ ਲੇਜ਼ੀ ਹੁੰਦੇ, ਜਿੱਦਾਂ ਪੇਰੈਂਟਸ ਉਸ ਤਰ੍ਹਾਂ ਹੀ ਬੱਚਾ ਵੀ ਥੋੜਾ ਉਹਦੇ ਨਾਲ weight gain ਜ਼ਿਆਦਾ ਹੋ ਸਕਦਾ ਹੈ। ਸੋ ਜੈਨੇਟਿਕਲੀ ਨੂੰ ਤੁਸੀਂ ਥੋੜਾ ਜਿਹਾ ਹਾਰਡ ਹੈ ਕੰਟਰੋਲ ਕਰਨਾ, ਪਰ ਥੋੜਾ ਕੋਸ਼ਿਸ਼ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਹਨਾ, ਪਰ ਜੇ ਹੋ ਵੀ ਇਸ ਤਰ੍ਹਾਂ ਗਿਆ ਹਨਾ। ਸੋ ਸੈਕੰਡ ਜਿਹੜਾ ਹੈਗਾ ਲਾਈਫ ਸਟਾਈਲ ਹਨਾ। ਪਹਿਲਾਂ ਜਿਹੜੀ ਲਾਈਫ ਸਟਾਈਲ ਹੁੰਦੀ ਸੀ, ਖੇਤਾਂ ਨੂੰ ਜਾਣਾ, ਹਰ ਕੰਮ ਕਰਨਾ, ਫਿਜ਼ੀਕਲੀ ਐਕਟੀਵਿਟੀ ਬਹੁਤ ਸੀਗੀ ਹਨਾ। ਹੁਣ ਆਪਾਂ ਮਤਲਬ ਕਾਰ ਤੋਂ ਬਿਨਾਂ ਆਪਾਂ ਮਾਲ 'ਚ ਵੀ ਨਹੀਂ ਜਾਂਦੇ ਜਾਂ ਕਿਤੇ ਵੀ ਨਹੀਂ ਤੁਰਦੇ। ਸਾਈਕਲ ਬਹੁਤ ਚਲਾਉਂਦੇ ਸੀ ਪਹਿਲਾਂ ਸਾਈਕਲ ਬਹੁਤ ਜ਼ਿਆਦਾ ਲੰਬੇ ਹਨਾ ਹੁੰਦੀ ਸੀਗੀ। ਲਾਈਫ ਜਿਹੜੀ ਡਾਈਟ ਹੈ ਇਹਦਾ ਬਹੁਤ ਵੱਡਾ ਰੋਲ ਹੈ ਹਨਾ। ਤੁਸੀਂ ਕੈਲੋਰੀ ਜਿਹੜੀਆਂ ਇਨਟੇਕ ਆ ਤੇ ਜਿੱਦਾਂ ਕੰਜ਼ਿਊਮਿੰਗ ਆ ਬਹੁਤ ਜ਼ਿਆਦਾ ਫਰਕ ਹੈ। ਸੋ ਇਹ ਮੈਂ ਦੱਸਾਂਗਾ ਵੈਸੇ ਅਗਲੇ ਵਿੱਚ ਆ ਕੇ ਵੀ ਕਿਹੜੀਆਂ ਕੈਲੋਰੀਜ਼ ਕਿੰਨੀਆਂ ਕਿਹੜੇ ਫੂਡ ਦੇ ਵਿੱਚ ਕਿੰਨੀਆਂ ਹੁੰਦੀਆਂ। ਸੋ ਡਾਈਟ ਜਿਹੜਾ ਜੰਕ ਫੂਡ ਇਸ ਵੇਲੇ ਪੂਰੇ ਜਿਹੜਾ ਵੈਸਟਰਨ ਇੱਥੇ ਕੰਟਰੀ ਦੇ ਵਿੱਚ ਪੂਰਾ ਜਿਹੜਾ ਕਾਫੀ ਰੋਲ ਪਲੇ ਕਰ ਰਿਹਾ, ਕਿਉਂਕਿ ਈਜ਼ੀਲੀ ਅਵੇਲੇਬਲ ਹੈ, ਬਿਲਕੁਲ ਚੀਪ ਵੀ ਹੈ ਤੇ ਈਜ਼ੀਲੀ ਅਵੇਲੇਬਲ ਹੈ, ਤੁਹਾਨੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ। ਲੋਕ ਬਿਜ਼ੀ ਨੇ, ਉਹਨਾਂ ਦੇ ਕੰਮ ਕਾਰ ਇਦਾਂ ਦੇ ਨੇ। ਬਿਲਕੁਲ ਜੀ, ਬਿਲਕੁਲ। ਸਲੀਪ ਦਾ ਬਹੁਤ ਵੱਡਾ ਰੋਲ ਹੈ ਹਨਾ। ਸਲੀਪ ਅਗਰ ਤੁਹਾਡੀ ਪ੍ਰੋਪਰ ਨਹੀਂ ਹੋਏਗੀ, ਸਲੀਪ ਦੇ ਨਾਲ ਜਦੋਂ ਤੁਸੀਂ ਜਿਹੜੇ ਹਾਰਮੋਨ ਹੈ ਤੁਹਾਡੇ ਉਹ ਬੋਡੀ ਦੇ ਵਿੱਚ ਪ੍ਰੋਡਿਊਸ ਹੋ ਜਾਂਦੇ ਆ, ਉਹਦੇ ਨਾਲ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਆ। ਉਸ ਭੁੱਖ ਲੱਗਣ ਦੇ ਨਾਲ ਓਬਵੀਅਸਲੀ weight gain ਹੋਏਗਾ। ਹੁਣ ਆ ਕੋਵਿਡ ਲੰਘ ਕੇ ਗਿਆ, ਲੋਕਾਂ ਨੇ ਘਰਾਂ ਦੇ ਵਿੱਚ ਕੁਕਿੰਗ ਬਾਵਾ ਰੱਜ ਕੇ ਕੀਤੀਆਂ ਆ, ਮਤਲਬ ਫੈਮਲੀਆਂ ਫ੍ਰੀ ਸੀ, ਘਰ ਦੇ ਵਿੱਚ ਜੌਬ ਕਰਦੇ ਸੀ। ਸੋ ਉਹਦਾ ਬਹੁਤ ਵੱਡਾ, ਕਿਉਂਕਿ ਬਾਹਰ ਨਵੀਆਂ ਡਿਸ਼ਸ ਬਣਾਈਆਂ ਜੀ, ਨਵੀਆਂ ਡਿਸ਼ਸ, ਬਾਹਰ ਜਾਣ ਦਾ ਇੰਨਾ ਮੌਕਾ ਨਹੀਂ ਮਿਲਿਆ, ਹਰ ਇੱਕ ਨੂੰ ਥੋੜਾ ਮਨ 'ਚ ਡਰ ਸੀਗਾ ਹਨਾ। ਸੋ ਥਾਇਰਾਇਡ ਤੇ ਇੱਕ ਕਸ਼ਿੰਗ ਸਿੰਡਰੋਮ ਹੁੰਦੀਆਂ, ਮੈਡੀਕਲ ਪ੍ਰੋਬਲਮਸ ਨੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਥਾਇਰਾਇਡ ਜਿਹੜਾ ਹੁੰਦਾ ਆ ਉਹਦੇ ਵਿੱਚ ਤੁਹਾਡਾ ਜਿਹੜਾ ਆ ਮੈਟਾਬੋਲਿਜ਼ਮ ਬਹੁਤ ਸਲੋ ਹੋ ਜਾਂਦਾ ਹੈ। ਜਿਹੜਾ ਵੀ ਤੁਸੀਂ weight ਖਾਂਦੇ ਆ, ਜੋ ਵੀ ਤੁਸੀਂ ਡਾਈਟ ਖਾਂਦੇ ਆ, ਉਹ ਸਾਰਾ ਪ੍ਰੋਡਿਊਸਿੰਗ weight ਹੋ ਜਾਂਦੀ ਹੈ ਬੋਡੀ ਹੈ ਨਾ। ਇਸ ਤਰ੍ਹਾਂ ਹਾਰਮੋਨ ਜਿਹੜਾ ਆ ਉਹ ਮੈਟਾਬੋਲਿਜ਼ਮ ਨੂੰ ਹਾਈ ਕਰਦਾ, ਪਰ ਜਦੋਂ ਥਾਇਰਾਇਡ ਲੋ ਹੋ ਜਾਂਦਾ, ਜਿਹੜਾ ਹਾਈਪੋਥਾਇਰਾਇਡਿਜ਼ਮ ਹੈ ਸਪੈਸ਼ਲੀ, ਉਹਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਕਿ weight ਜਿਹੜਾ ਗੇਨ ਬਹੁਤ ਹੋਣ ਲੱਗ ਪੈਂਦਾ ਆ। ਸੋ ਕੁਛ ਮੈਡੀਸਿਨਸ ਹੈ ਜਿੱਦਾਂ ਸਟੀਰੋਇਡ ਹੈ, ਇਹ ਵੀ ਤੁਹਾਡੀਆਂ weight gain ਕਰਦੇ ਆ ਬਹੁਤ ਜ਼ਿਆਦਾ।
ਫੋਨ ਹੈ, ਫੋਨ ਬਹੁਤ ਜ਼ਿਆਦਾ ਇਸ ਵੇਲੇ ਸਮੱਸਿਆ ਆ। ਬੱਚੇ ਲਾ ਲਓ, ਆਪਾਂ ਲਾ ਲਓ, ਕੋਈ ਵੀ ਲਾ ਲਓ, ਐਫਰਟਸ ਨਹੀਂ ਪਾਉਂਦੇ ਫੋਨ ਵੱਲ ਨੂੰ, ਗੈਜਟਸ ਫੜ ਕੇ ਬੈਠੇ ਰਹਿੰਦੇ ਜੀ ਸਾਰਾ ਦਿਨ ਬੱਚੇ। ਬਿਲਕੁਲ ਜੀ, ਫੇਸਬੁੱਕ ਹੋਰ ਟਿਕਟੌਕ ਇਹ ਸਾਰਾ ਦਿਨ ਤੁਹਾਨੂੰ ਬਿਜ਼ੀ ਰੱਖਦੇ ਆ। ਸੋ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਤੋਂ ਦੂਰ ਕਰਦੇ ਜਾਂਦੇ ਆ। ਇਹ ਬਹੁਤ ਜ਼ਿਆਦਾ ਵੱਡੇ ਕਾਰਨ। ਡਾਕਟਰ ਸਾਹਿਬ ਜਿਹੜੀ ਡਿਪਰੈਸ਼ਨ ਆ, ਟੈਨਸ਼ਨ ਆ, ਇਹ ਵੀ ਕਾਰਨ ਹੋ ਸਕਦਾ ਜੀ ਮੋਟਾਪੇ ਦਾ? ਬਿਲਕੁਲ ਜਿਸ ਤਰ੍ਹਾਂ ਮੈਂ ਦੱਸਿਆ ਨਾ, ਜਿਹੜੀ ਸਟ੍ਰੈਸ ਹੈ ਇਹਦੇ ਨਾਲ ਜਿਹੜੀ ਹੈ, ਜਿੱਦਾਂ ਬੋਡੀ ਦੇ ਵਿੱਚ ਹਾਰਮੋਨ ਜਦੋਂ ਕ੍ਰੀਏਟ ਹੁੰਦੇ ਆ ਨਾ, ਜਿੱਦਾਂ ਜਿਹੜੇ ਐਡਰੀਨਲ ਗਲੈਂਡ ਦਾ ਹਾਰਮੋਨ ਹੈ, ਉਹ ਸਟ੍ਰੈਸ ਨੂੰ ਬਹੁਤ ਵਧਾਉਂਦਾ ਹੈ। ਨੀਂਦ ਘੱਟ ਆਉਂਦੀ ਉਹਦੇ ਕਰਕੇ, ਨੀਂਦ ਘੱਟ ਆਉਂਦੀ। ਫਿਰ ਦੇਖੋ ਤੁਸੀਂ ਜਦੋਂ ਅੱਜ ਜੇ ਤੁਹਾਨੂੰ ਨੀਂਦ ਘੱਟ ਆਈ, ਦੂਜੇ ਦਿਨ ਤੁਸੀਂ ਲੇਜ਼ੀ ਰਹੋਗੇ, ਹੈ ਨਾ, ਤੁਹਾਡਾ ਕੁਛ ਕਰਨ ਨੂੰ ਚਿੱਤੇ ਨਹੀਂ ਕਰਨਾ। ਜਦੋਂ ਕੁਛ ਨਹੀਂ ਕਰੂਗਾ, ਤੁਹਾਡੀ ਫਿਜ਼ੀਕਲ ਐਕਟੀਵਿਟੀ ਘੱਟ ਗਈ, ਤੁਸੀਂ ਡਾਈਟ ਵੱਲ ਨੂੰ ਜ਼ਿਆਦਾ ਚੱਲ ਜਾਂਦੇ ਆ, ਫਿਜ਼ੀਕਲ ਐਕਟੀਵਿਟੀ ਘੱਟ ਜਾਂਦੀ। ਸੋ ਉਹ ਬਹੁਤ ਵੱਡਾ ਰੋਲ ਹੈ। ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਓਬੇਸਿਟੀ ਹੈ, ਮੋਟਾਪਾ ਵਾ ਜੀ, ਆਪਣੇ ਆਪ ਦੇ ਵਿੱਚ ਬਿਮਾਰੀ ਨਹੀਂ ਹੈ ਜੀ, ਬਿਲਕੁਲ, ਪਰ ਇਹ ਕਈ ਬਿਮਾਰੀਆਂ ਦੀ ਜਨਮਦਾਤਾ ਹੋ ਸਕਦੀ ਹੈ। ਬਿਲਕੁਲ ਕੀ ਰਿਸਕ ਹੋ ਸਕਦੇ ਨੇ ਮੋਟਾਪੇ ਦੇ, ਔਰ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਮੋਟਾਪੇ ਦੇ ਕਾਰਨ ਫੇਸ ਕਰਨੀਆਂ ਪੈ ਸਕਦੀਆਂ ਨੇ? ਜੀ ਬਿਲਕੁਲ, ਅੱਜ ਸਾਡਾ ਜਿਹੜਾ ਇੱਥੇ ਆਉਣ ਦਾ ਟੌਪਿਕ ਵੀ ਇਹੀ ਹੈ ਕਿ ਜਿਹੜੀ ਇਹਨੂੰ ਆਪਾਂ ਅਲਰਟਿੰਗ ਹੈ। ਜੇ ਤੁਹਾਨੂੰ ਹੋ ਰਿਹਾ ਤਾਂ ਤੁਸੀਂ ਅਲਰਟ ਹੋਣਾ, ਕਿਉਂਕਿ ਜੇ ਅੱਜ ਨਾ ਅਲਰਟ ਹੋਏ ਤਾਂ ਬਹੁਤ ਜ਼ਿਆਦਾ ਰਿਸਕ ਹੈ, ਇਹਦੇ ਬਹੁਤ ਫੈਕਟਰਸ ਨੇ, ਹੈ ਨਾ। ਜਿਸ ਤਰ੍ਹਾਂ ਪਹਿਲਾਂ ਡਾਇਬਟੀਜ਼ ਹੈ, ਹੁਣ ਤੁਸੀਂ ਵਰਲਡ 'ਚ ਦੇਖੋ ਡਾਇਬਟੀਜ਼ ਦੇ ਕਿੰਨੀ ਜ਼ਿਆਦਾ ਕੇਸਿਸ ਵੱਧ ਰਹੇ ਆ। ਸੋ ਕਿੱਥੋਂ ਸ਼ੁਰੂ ਹੁੰਦੀ ਜ਼ਿਆਦਾ? ਮੋਟਾਪੇ ਤੋਂ, ਹੈ ਨਾ। ਜੇ ਤੁਸੀਂ ਮੋਟੇ ਹੋਈ ਜਾ ਰਹੇ ਆ, ਬਲੱਡ ਪ੍ਰੈਸ਼ਰ ਹੈ, ਕੋਲੈਸਟਰੋਲ ਹੈ, ਹਾਰਟ ਅਟੈਕ ਹੈ, ਈਵਨ ਸਟ੍ਰੋਕ ਹੈ, ਇਹ ਸਾਰੇ ਹੀ ਮੋਟਾਪੇ ਦੇ ਕਾਰਨ ਹੈ ਨਾ। ਕਿਉਂਕਿ ਜੇ ਮੋਟਾਪਾ ਵੱਧਦਾ ਗਿਆ, ਇਹਨਾਂ ਨੇ ਆਉਣਾ ਹੀ ਆਉਣਾ। 100% ਇਹ ਪ੍ਰੋਬਲਮ ਤੁਹਾਡੇ ਪਿੱਛੇ ਖੜੀਆਂ ਆ। ਜੇ ਤੁਸੀਂ ਇਹਨਾਂ ਨੂੰ ਠੀਕ ਕਰ ਲਓ ਤਾਂ ਆਲਰੇਡੀ ਇਹਨਾਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਆ, ਹੈ ਨਾ। ਸੋ ਸਲੀਪ ਦਾ, ਜਿੱਦਾਂ ਮੈਂ ਦੱਸਿਆ, ਸਲੀਪ ਐਪਨੀਆ ਹੁੰਦਾ, ਹੈ ਨਾ, ਉਹਦੇ ਵਿੱਚ ਲੈਕ ਆਫ ਆਕਸੀਜਨ ਹੋ ਜਾਂਦੀ ਹੈ। ਜਦੋਂ ਤੁਹਾਨੂੰ ਨੀਂਦ ਘਰਾੜੇ ਮਾਰਦੇ, ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਜਦੋਂ ਤੁਹਾਡੀ ਉਹ ਪ੍ਰੋਪਰ ਅੰਦਰ ਆਕਸੀਜਨ ਨਹੀਂ ਜਾਏਗੀ ਤਾਂ ਦੂਸਰੇ ਦਿਨ ਜਿਹੜਾ ਜਾਂ ਉਸੇ ਅਰਲੀ ਮਾਰਨਿੰਗ ਜਿਹੜਾ ਹਾਰਟ ਅਟੈਕ ਗਿਣਿਆ ਜਾਂਦਾ ਨਾ, ਉਹਦਾ ਕਾਰਨ ਹੀ ਹੈ ਵੀ ਲੈਕ ਆਫ ਆਕਸੀਜਨ ਹੈ। ਘਰਾੜੇ ਮਾਰਨ ਵਾਲੇ ਬੰਦੇ ਦਾ ਅਰਲੀ ਮਾਰਨਿੰਗ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਸੋ ਇਹ ਬਹੁਤ ਵੱਡਾ ਕਾਰਨ ਹੈ। ਥਾਇਰਾਇਡ ਦਾ, ਜਿਸ ਤਰ੍ਹਾਂ ਮੈਂ ਦੱਸਿਆ ਕਿ ਉਸ ਦੇ ਨਾਲ ਰਿਸਕ ਬਹੁਤ ਹੈ। ਅੱਗੇ ਤੁਹਾਨੂੰ ਮਤਲਬ ਬੋਡੀ ਦੇ weight ਦੇ ਗੇਨ ਦੇ ਨਾਲ ਤੁਹਾਨੂੰ ਹੋਰ ਪ੍ਰੋਬਲਮਸ ਬਹੁਤ ਆ ਜਾਂਦੀਆਂ ਹੈਗੀਆਂ। ਕੈਂਸਰ ਦਾ ਬਹੁਤ ਵੱਡਾ ਮੈਂ ਦੇਖਿਆ ਹੈਗਾ ਕਿ ਜਿਹੜੀ ਹੁਣ ਸਰਚ ਆਈ ਹੈ, ਜਿਹਦਾ ਬੋਡੀ ਦਾ weight ਜ਼ਿਆਦਾ ਹੈ, ਓਬਵੀਅਸਲੀ ਉਹਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੈ। ਖਾਸ ਕਰਕੇ ਪੇਟ ਦਾ ਕੈਂਸਰ ਹੈਗਾ ਜਾਂ ਸਕਿਨ ਦਾ, ਇਸ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਹੈ। ਉਸ ਤੋਂ ਇਲਾਵਾ ਜਿਹੜੀ ਸਲੀਪ ਦੇ ਨਾਲ, ਜਿਸ ਤਰ੍ਹਾਂ ਮੈਂ ਦੱਸਿਆ ਕਿ ਤੁਹਾਡਾ ਟਾਇਰਡਨੈਸ, ਵੀਕਨੈਸ, ਤੁਹਾਡਾ ਮਨ ਹੀ ਨਹੀਂ ਕਰੇਗਾ ਉੱਠਣ ਨੂੰ। ਸੋ ਇਹ ਬਹੁਤ ਵੱਡੇ ਰਿਸਕ ਫੈਕਟਰਸ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਇਹਨੂੰ ਕੰਟਰੋਲ ਨਹੀਂ ਕਰਦੇ, weight ਨੂੰ, ਆਪਣੇ ਨੂੰ, ਮੋਟਾਪੇ ਨੂੰ, ਤਾਂ ਇਹ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰ ਸਕਦਾ ਜੀ। ਤੇ ਡਾਕਟਰ ਸਾਹਿਬ ਸਿਆਣੇ ਕਹਿੰਦੇ ਹੁੰਦੇ ਨਾ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਬਿਲਕੁਲ ਜੀ, ਬਿਲਕੁਲ। ਸੋ ਵਾਕਈ ਇਹ ਸਮਾਂ ਵਾ ਜੀ ਸਤਰਕ ਹੋਣ ਦਾ ਔਰ ਇੱਕ ਪ੍ਰੋਪਰ ਐਕਸ਼ਨ ਲੈਣ ਦਾ, ਤਾਂ ਕਿ ਇਸ ਜਿਹੜੀ ਸਮੱਸਿਆ ਇਸ ਤੇ ਕੰਟਰੋਲ ਕਰ ਸਕੀਏ। ਡਾਕਟਰ ਸਾਹਿਬ, ਬ੍ਰੇਕ ਦਾ ਸਮਾਂ ਹੋ ਚੁੱਕਿਆ ਜੀ। ਬ੍ਰੇਕ ਲੈਂਦੇ ਆ ਔਰ ਉਸ ਤੋਂ ਬਾਅਦ ਹੋਰ ਕਾਫੀ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਉਹ ਮੋਟਾਪੇ ਦੀ ਸਮੱਸਿਆ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਕਿਤੇ ਨਾ ਜਾਣਾ, ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਆ ਡਾਕਟਰ ਅਵਤਾਰ ਸਿੰਘ ਭੱਟੀ, ਜਿਹੜੇ ਕਿ ਐਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਹੋਮਿਓਪੈਥੀ ਐਕਸਪਰਟ ਹਨ। ਡਾਕਟਰ ਸਾਹਿਬ, ਫਿਰ ਤੋਂ ਸਵਾਗਤ ਹੈ ਜੀ। ਜੀ, ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਜੀ ਫਿਰ ਗੁਰਬਾਣੀ ਤੋਂ ਕੁਝ ਤੁਕਾਂ ਸਾਂਝੀਆਂ ਕਰਨ ਜੀ ਕਰ ਰਿਹਾ ਮੇਰਾ। ਬਿਲਕੁਲ ਜੀ, ਬਿਲਕੁਲ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਕਹਿਣ ਦਾ ਮਤਲਬ ਕਿ ਕਈ ਵਾਰ ਸੀ ਨਾ, ਖਾਣ ਵਾਸਤੇ ਹੀ ਖਾਈ ਜਾਂਦੇ ਜੀ, ਔਰ ਜਦੋਂ ਇਹੋ ਜਿਹਾ ਕੰਮ ਕੀਤਾ ਜਾਵੇ ਨਾ ਜੀ, ਉਹਦਾ ਸਰੀਰ ਤੇ ਵੀ ਮਾੜਾ ਅਸਰ ਪੈਂਦਾ ਤੇ ਮਨ ਤੇ ਵੀ ਮਾੜਾ ਅਸਰ ਪੈਂਦਾ। ਬਿਲਕੁਲ ਜੀ, ਬਿਲਕੁਲ। ਸੋ ਡਾਕਟਰ ਸਾਹਿਬ, ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਗੱਲ ਕਰ ਚੁੱਕੇ ਹਾਂ ਕਿ ਮੋਟਾਪਾ ਹੈ ਕੀ ਜੀ, ਇਹਦੇ ਕਾਰਨ ਕੀ ਨੇ, ਬਿਲਕੁਲ, ਔਰ ਕੀ ਰਿਸਕ ਹੋ ਸਕਦੇ ਨੇ। ਬਿਲਕੁਲ ਜੀ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨਾਲ ਇਹ ਸਾਂਝ ਪਾਓ ਕਿ ਜਿਹੜਾ ਮੋਟਾਪਾ ਹੈ ਜੀ, ਇਸ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਵਾ ਜੀ। ਸੋ ਬਿਲਕੁਲ, ਬਹੁਤ ਵਧੀਆ ਜੀ, ਕਿਉਂਕਿ ਇਹ ਬਿਮਾਰੀ ਤਾਂ ਹੈ ਨਹੀਂ, ਇੱਕ ਇੰਡੀਕੇਸ਼ਨ ਹੈ। ਆਪਾਂ ਇਹਨੂੰ ਬਚਾਉਣਾ ਹੀ ਜ਼ਰੂਰੀ ਹੈ ਨਾ। ਸੋ ਸਭ ਤੋਂ ਪਹਿਲਾਂ ਲਾਈਫ ਸਟਾਈਲ, ਹੈ ਨਾ, ਸਾਡਾ ਬੋਡੀ ਦਾ ਜਿਹੜਾ ਲਾਈਫ ਸਟਾਈਲ ਹੈ, ਐਕਸਰਸਾइज है, ये बहुत ज़रूरी है। एक कहावत है, जो रोज़ चलते हैं वो बरसों चलते हैं, जो रोज़ ज़्यादा चलते हैं वो बरसों ज़्यादा चलते हैं। क्या बात है। सो ये बहुत ज़रूरी है एक्सरसाइज, है ना। हाँ, ये एक्सक्यूज़ नहीं है भी मेरे को टाइम है नहीं ਜਾਂ ਕਿਸ ਤਰ੍ਹਾਂ ਦਾ ਵੀ ਹੈ ਨਾ। ਇੱਕ ਡਾਕਟਰ ਸਾਹਿਬ ਗੀਤ ਆਇਆ ਸੀਗਾ, ਕਹਿੰਦੇ ਵੀ ਕਿਹਦੇ ਕੋਲ ਹੈਗਾ ਟਾਈਮ
ਟਾਈਮ ਤਾਂ ਕੱਢਣਾ ਪੈਂਦਾ ਬਿਲਕੁਲ ਜੀ। ਸੋ ਜੇ ਆਪਣੇ ਸਰੀਰ ਲਈ ਸਿਹਤ ਲਈ ਆਪਾਂ ਟਾਈਮ ਨਹੀਂ ਕੱਢਣਾ ਤੇ ਫਿਰ ਕਿਹਦੇ ਲਈ ਕੱਢਣਾ? ਜੀ ਬਿਲਕੁਲ। ਕੋਈ ਵੀ ਜੌਬ ਹੈ, ਈਵਨ ਮੈਂ ਇੱਥੇ ਕੰਸੀਡਰ ਕਰਾਂ ਜੇ ਕੋਈ ਸਿਟਿੰਗ ਜੌਬ ਵੀ ਕਰ ਰਿਹਾ ਹੈਗਾ ਨਾ, ਤਾਂ ਇਹ ਨਹੀਂ ਜ਼ਰੂਰੀ ਪਏ ਬਹੁਤ ਜ਼ਿਆਦਾ ਹੈ ਨਾ। ਜੇ ਤੁਸੀਂ 1 ਘੰਟਾ, ਜੇ 6 ਘੰਟੇ ਦੀ ਜੌਬ ਹੈ, ਹਰ ਘੰਟੇ ਦੇ ਵਿੱਚ 5 ਮਿੰਟ ਜ਼ਰੂਰ ਵਾਕ ਕਰੋ, ਜਿੰਨੀ ਕੁ ਨੇੜੇ ਤੇੜੇ ਕਰ ਸਕਦੇ ਹੋ। ਕੁਰਸੀ ਤੇ ਨਹੀਂ 6 ਘੰਟੇ ਬੈਠੇ ਰਹਿਣਾ। ਕੋਈ ਇਹੋ ਜਿਹੀ ਜੌਬ ਨਹੀਂ ਕਿਸੇ ਪਾਸੇ ਵੀ ਤੁਹਾਨੂੰ ਜਿਹੜਾ ਹੈਗਾ ਕਿ ਤੁਹਾਨੂੰ ਕੋਈ ਰੋਕ ਸਕੇ। ਕੋਈ ਵੀ ਜੌਬ ਹੈ ਉਹਦੇ ਵਿੱਚ ਜੇ ਕੋਈ ਸਿਟਿੰਗ ਵਾਲੀ ਜੌਬ ਵੀ ਆ ਤਾਂ ਉਹ 'ਚ ਸਿਰਫ 1 ਘੰਟੇ 'ਚ 5 ਮਿੰਟ ਵਾਕ ਕਰ ਲਓ, ਮੋਟਾਪਾ ਇਕੱਠਾ ਨਹੀਂ ਹੋਏਗਾ ਜੀ। ਕੋਈ ਵੀ ਤੁਸੀਂ ਜੌਬ ਕਰ ਰਹੇ ਹੋ ਉਹਦੇ ਵਿੱਚ ਥੋੜੀ ਬਹੁਤੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਰੱਖੋ। ਪਰ ਜਿੱਦਾਂ ਮੈਂ ਹੁਣ ਦੱਸਾਂਗਾ ਕਿ BMR ਕੀ ਹੁੰਦਾ ਹੈ ਨਾ, ਬੇਸਲ ਮੈਟਾਬੋਲਿਕ ਰੇਟ ਹੈ ਨਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਥਾਇਰਾਇਡ ਵਾਲੇ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਨਾ, ਬੇਸਲ ਮੈਟਾਬੋਲਿਕ ਰੇਟ ਅਗਰ BMR ਜ਼ਿਆਦਾ ਹੋ ਜਾਂਦਾ ਹੈ ਤੁਹਾਡਾ, ਤਾਂ ਬਾਡੀ ਦੇ ਵਿੱਚ ਜਿਹੜੀਆਂ ਕੈਲੋਰੀਜ਼ ਬਰਨਿੰਗ ਹੈ, ਇਹ ਮੈਟਾਬੋਲਿਜ਼ਮ ਮੀਨ ਬਾਡੀ ਦੇ ਵਿੱਚ ਬਰਨਿੰਗ ਹੈ। ਸੋ ਉਹ ਬਹੁਤ ਜ਼ਿਆਦਾ ਅਗਰ ਹਾਈ ਹੋ ਜਾਂਦੀਆਂ ਤਾਂ ਕੈਲੋਰੀਜ਼ ਦੇ ਨਾਲ ਨਾਲ ਤੁਹਾਡੀਆਂ ਜਿਹੜੀਆਂ ਹੈਗੀਆਂ ਬਾਡੀ ਦੇ ਵਿੱਚ weight gain ਹੀ ਨਹੀਂ ਹੁੰਦਾ। ਸੋ ਜਿਹੜਾ ਬੰਦਾ ਐਕਸਰਸਾਈਜ਼ ਕਰ ਸਕਦਾ ਹੈ, ਯੰਗ ਹੈ, ਉਹ ਹੈਵੀ weight ਕਰਨਾ ਚਾਹੀਦਾ ਉਹਨੂੰ। weight lifting ਜਦੋਂ ਕਰਦੇ ਆ ਤੁਸੀਂ, BMR ਕਾਫੀ ਹਾਈ ਹੋ ਜਾਂਦਾ ਤਾਂ ਬਾਡੀ ਦੇ ਵਿੱਚ ਬਰਨਿੰਗ ਜ਼ਿਆਦਾ ਹੁੰਦੀ ਹੈ। ਜਿਹੜਾ ਬੰਦਾ ਚਲੋ ਏਜ ਹੈ ਥੋੜਾ ਜਿਹਾ ਉੱਪਰ ਆ, 40 ਦੇ ਨੇੜੇ ਤੇੜੇ ਆ, ਉਹ ਰਨਿੰਗ ਕਰੇ ਇੰਸਟੈਡ ਆਫ ਕਾਰਡੀਓ ਜੀ। ਜੇ 50-60 ਸਾਲ ਤੋਂ ਉੱਪਰ ਜਾਂ ਕੋਈ ਹਾਰਟ ਦੀ ਕੰਡੀਸ਼ਨ ਹੈ ਫਿਰ ਕਾਰਡੀਓ ਆ। ਜਿੰਨੀ ਕਿ ਤੁਹਾਡੀ ਏਜ ਹੈ, ਜੋ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਆ, ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਬਰਨਿੰਗ ਰੇਟ ਜ਼ਿਆਦਾ ਹੋਏਗਾ। ਠੀਕ ਹੈ। ਸੋ ਐਕਸਰਸਾਈਜ਼ ਲਾਈਫ ਸਟਾਈਲ ਦੇ ਵਿੱਚ ਜ਼ਰੂਰੀ ਹੈ। ਸਾਈਕਲਿੰਗ ਕਰ ਲਓ, ਕੁਛ ਵੀ ਕਰੋ, ਯਾਨੀ ਕਿ ਬਾਡੀ ਨੂੰ ਮੂਵ ਕਰੋ, ਕੋਈ ਭੰਗੜਾ ਪਾਓ, ਕੁਛ ਵੀ ਕਰੋ ਦਿਨ ਦੇ ਵਿੱਚ ਜਿੰਨਾ ਤੁਹਾਡਾ ਸਮਾਂ ਮਿਲਦਾ ਉਹਨੂੰ ਯੂਜ਼ ਕਰੋ। ਠੀਕ ਹੈ ਜੀ, ਪਹਿਲਾ ਪੁਆਇੰਟ। ਦੂਜਾ ਪੁਆਇੰਟ ਆ ਗਈ ਡਾਈਟ। ਡਾਈਟ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਨਾ, ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਇਨਟੇਕ ਹੈ ਤੇ ਕੰਜ਼ਿਊਮਿੰਗ ਹੈ, ਇਹਦੇ ਵਿੱਚ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਸੋ ਹੁਣ ਆਪਾਂ ਡਾਈਟ ਜਿਹੜੀ ਹੈਗੀ ਆ, ਇਹ ਹੁਣ ਕੈਲੋਰੀਜ਼ ਬਾਰੇ ਬਹੁਤ ਲੋਕ ਪੁੱਛਦੇ ਆ ਜੀ, ਸਾਨੂੰ ਦੱਸੋ ਕੈਲੋਰੀ ਦਾ ਚਾਰਟ ਬਣਾ ਦਿਓ ਜਾਂ ਡਾਈਟ ਦਾ ਚਾਰਟ ਬਣਾ ਦਿਓ। ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ। ਡਾਈਟ ਦੇ ਵਿੱਚ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਕਿ ਆਪਾਂ ਕੀ ਖਾਣਾ। ਮੈਂ ਕਹਿੰਦਾ ਰੱਜ ਕੇ ਖਾਓ, ਜਿੰਨਾ ਤੁਸੀਂ ਖਾ ਸਕਦੇ ਖਾਓ, ਪਰ ਜੋ ਮੈਂ ਦੱਸੂਗਾ ਉਹੀ ਖਾਣਾ। ਠੀਕ ਹੈ ਜੀ। ਇਸ ਦੇ ਨਾਲ weight ਕਦੀ ਵੀ ਗਰੰਟੀ ਹੈ ਮੇਰੀ weight gain ਨਹੀਂ ਹੋਏਗਾ, ਹੈ ਨਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹਨੂੰ ਕੈਲੋਰੀਜ਼ ਨੂੰ ਜਿਹੜਾ ਈਜ਼ੀ, ਥੋੜਾ ਜਿਹਾ ਈਜ਼ੀ ਕਰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਡਿਵਾਈਡ ਕਰ ਸਕਦੇ ਹਾਂ, ਹੈ ਨਾ। ਸੋ ਪਾਣੀ ਜਿਹੜਾ ਹੈ 0 ਕੈਲੋਰੀਜ਼ ਹੈ। ਕੋਈ ਵੀ ਡਰਿੰਕ ਹੋਰ 0 ਕੈਲੋਰੀ ਨਹੀਂ ਹੈ, ਸਿਰਫ ਪਾਣੀ ਨੂੰ ਛੱਡ ਕੇ। ਰੱਜ ਕੇ ਪੀਓ, ਰੱਜ ਕੇ ਪਾਣੀ ਪੀਓ। ਠੀਕ ਹੈ, ਜਿੰਨਾ ਪੀ ਸਕਦੇ ਹਾਂ, ਹੈ ਨਾ। 3-4 ਲੀਟਰ ਤਾਂ ਐਵਰੀ ਬਾਡੀ ਨੂੰ, ਹੈ ਨਾ। ਜੇਕਰ ਹੁਣ ਗਰਮੀ ਹੈ ਉਹਦੇ ਅਕੋਰਡਿੰਗ ਦੀ ਥੋੜੀ ਜਿਹੀ ਬਾਡੀ ਦੀ ਰਿਕੁਆਇਰਮੈਂਟ ਵੱਧ ਵੀ ਜਾਂਦੀ ਆ। ਸੋ ਪਾਣੀ 0 ਕੈਲੋਰੀਜ਼ ਆ ਗਈਆਂ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਅਸੀਂ ਪੁਆਇੰਟਸ ਦੇ ਵਿੱਚ ਦਿੰਨੇ ਆ ਕਿ ਇੱਕ 20 ਪੁਆਇੰਟ ਦੇ ਦਿੰਨੇ ਆ ਫੂਡ ਨੂੰ, ਇੱਕ 50 ਪੁਆਇੰਟ ਦੇ ਦਿੰਨੇ ਆ, ਇੱਕ 100 ਤੇ ਇੱਕ 500। ਇਹ ਪੁਆਇੰਟ ਦੇ ਵਿੱਚ ਥੋੜਾ ਜਿਹਾ ਈਜ਼ੀ ਹੋ ਜਾਏਗਾ ਲਿਖਣ ਲਿਖਾਣ ਨਾਲੋਂ, ਹੈ ਨਾ। ਸੋ 20 ਪੁਆਇੰਟ ਵਾਲਾ ਫੂਡ ਕਿਹੜਾ ਹੈ? ਸੋ ਜੋ ਤੁਸੀਂ ਦਿਨ 'ਚ ਖਾਂਦੇ ਆ, ਸਿਰਫ ਉਹਨਾਂ ਨੂੰ ਡਿਵਾਈਡ ਹੀ ਕਰਨਾ ਤੁਸੀਂ। ਸੋ 20 ਪੁਆਇੰਟ ਵਾਲਾ ਜਿੰਨੇ ਵੀ ਸੈਲਡਸ ਨੇ, ਜਿੰਨੀਆਂ ਸਬਜ਼ੀਆਂ ਨੇ, ਜਿੰਨੇ ਸੂਪ ਨੇ, ਇਹ ਸਾਰੇ ਹੀ 20 ਕੈਲੋਰੀਜ਼ ਵਾਲੇ ਨੇ, 20 ਪੁਆਇੰਟ ਵਾਲੇ ਨੇ। ਸੋ ਆਲੂ ਨੂੰ ਛੱਡ ਕੇ ਜਿੰਨਾ ਖਾ ਸਕਦੇ ਆ ਖਾਓ। ਜਿੰਨਾ ਬ੍ਰੇਕਫਾਸਟ ਦੇ ਵਿੱਚ ਜਿੱਥੇ ਤੁਹਾਡਾ ਸੈਲਡ, ਸੂਪ, ਸਬਜ਼ੀਆਂ ਜੋ ਖਾ ਸਕਦੇ ਆ ਖਾ ਸਕਦੇ ਆ, ਹੈ ਨਾ। ਫਿਰ ਉਸ ਤੋਂ ਬਾਅਦ 50 ਪੁਆਇੰਟ ਵਾਲਾ ਆ ਗਿਆ, ਹੈ ਨਾ। 50 ਪੁਆਇੰਟ ਦੇ ਵਿੱਚ ਜਿੰਨੇ ਵੀ ਫਰੂਟਸ ਨੇ, ਪਰ ਇੱਥੇ ਮੈਂ ਦੱਸਣਾ ਚਾਹਾਂਗਾ ਕੇਲਾ ਤੇ ਜਿਹੜਾ ਮੈਂਗੋ ਹੈ ਜਾਂ ਚੀਕੂ ਆ ਤੇ ਜਾਂ ਜਿਹੜਾ ਅੰਗੂਰ ਹੈ, ਇਹ 4 ਜਿਹੜੇ ਨੇ ਇਹ ਥੋੜੇ ਜਿਹੇ ਹਾਈ ਕੈਲੋਰੀਜ਼ ਵਾਲਾ ਫੂਡ ਹੈ। ਸੋ ਇਹਦੇ ਨਾਲੋਂ ਬਾਕੀ ਜਿੰਨੇ ਵੀ ਫੂਡ ਹੈ, ਅਮਰੂਦ ਹੈ, ਪਪੀਤਾ ਹੈ, ਐਪਲ ਵੀ ਖਾ ਸਕਦੇ, ਔਰੰਜ ਖਾਓ, ਬੈਰੀਜ਼ ਬਹੁਤ ਹੁੰਦੀਆਂ ਨੇ, ਬਹੁਤ ਬੈਰੀਜ਼ ਹੈ, ਬਿਲਕੁਲ। ਸੋ ਇੱਥੇ ਈਜ਼ੀਲੀ ਅਵੇਲੇਬਲ ਹੈ ਜੀ। ਸੋ ਇਹ 50 ਪੁਆਇੰਟ ਵਾਲਾ ਆ ਗਿਆ। ਹੁਣ ਇਹ ਜਿਹੜਾ ਤੁਹਾਡਾ ਫੂਡ ਹੈ ਦਿਨ ਦਾ, ਇਹਨਾਂ ਦੋਵਾਂ ਦੇ ਵਿੱਚ ਜ਼ਿਆਦਾ ਰਹੋਗੇ ਤਾਂ ਕੋਈ ਵੀ ਐਕਸਕਿਊਜ਼ ਨਹੀਂ ਹੋ ਸਕਦਾ ਫਿਰ ਤੁਹਾਡਾ ਓਬੇਸਿਟੀ ਹੋਵੋ ਤੁਸੀਂ, ਹੈ ਨਾ। ਫਿਰ ਉਸ ਤੋਂ ਬਾਅਦ ਜਿਹੜਾ ਤੀਸਰਾ ਪੁਆਇੰਟ ਸੀ 100 ਪੁਆਇੰਟ ਵਾਲਾ, ਉਹਦੇ ਵਿੱਚ ਜਿੰਨੇ ਵੀ ਅਨਾਜ ਨੇ, ਜਿੰਨੀਆਂ ਦਾਲਾਂ ਨੇ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਫਰੂਟ ਜਿਹੜੇ 4 ਦੱਸੇ ਸੀ, ਕੇਲਾ ਵਗੈਰਾ, ਉਹ ਇਹਦੇ 'ਚ ਆ ਜਾਂਦੇ ਆ, ਆਲੂ ਵੀ ਇਹਦੇ ਵਿੱਚ ਆ ਜਾਂਦਾ। ਠੀਕ ਹੈ। ਸੋ ਜਿਹੜੇ ਵੀ ਅਨਾਜ ਨੇ, ਚਾਵਲ ਹੈ ਜਾਂ ਜੋ ਵੀ ਹੈ, ਬਿਲਕੁਲ ਜੀ। ਪਰ ਮੈਂ ਇੱਥੇ ਇੱਕ ਹੋਰ ਜ਼ਰੂਰ ਦੱਸਣਾ ਚਾਹਾਂਗਾ ਕਿ ਹਰ ਰਸੋਈ ਦੇ ਵਿੱਚੋਂ ਵਾਈਟ ਚੀਜ਼ ਨਹੀਂ ਚਾਹੀਦੀ ਸਾਨੂੰ, ਬਿਲਕੁਲ ਇਹ ਜ਼ਰੂਰੀ ਹੈ। ਕਿਹੜੀਆਂ ਵਾਈਟਸ ਜੀ? ਵਾਈਟ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਚੀਨੀ ਆ ਗਈ, ਚੀਨੀ ਦਾ ਟੋਟਲੀ, ਹੈ ਨਾ, ਤੁਸੀਂ ਕਿਸੇ ਵੀ ਤਰ੍ਹਾਂ ਵਾਈਟ ਨਹੀਂ, ਈਵਨ ਚੀਨੀ ਕਿਸੇ ਵੀ ਤਰ੍ਹਾਂ ਨਹੀਂ ਖਾਣੀ।
ਇਵੇਂ ਮਿੱਠਾ, ਈਵਨ ਕਈ ਕਹਿੰਦੇ ਜੀ ਗੁੜ ਖਾ ਲਈਏ, ਜੋ ਮਿੱਠਾ ਨੈਚੁਰਲ ਹੋਣਾ ਚਾਹੀਦਾ, ਉਹਦੇ ਵਿੱਚ ਫਰੈਕਟੋਜ਼ ਹੁੰਦਾ, ਜਿੰਨੇ ਫਰੂਟ ਹੈ ਉਹਦੇ ਵਿੱਚ ਨੈਚੁਰਲ ਫਰੂਟ ਨੇ, ਉਹਦੇ ਵਿੱਚ ਨੈਚੁਰਲ ਸ਼ੂਗਰ ਹੈ, ਉਹ ਕਦੀ ਵੀ ਤੁਹਾਡੇ ਕਨਵਰਟ ਨਹੀਂ ਹੋਗੀ। ਹੁਣ ਇੱਕ ਚਮਚੇ ਨੂੰ ਕਹਿੰਦੇ ਜੀ ਚੀਨੀ ਦਾ 1 ਚਮਚਾ ਜੇ ਖਾ ਲਓ ਤਾਂ ਉਹਦੇ ਵਿੱਚ ਤਾਂ ਥੋੜ੍ਹੀਆਂ ਕੈਲਰੀ ਆ, ਉਹ ਕੈਲਰੀ ਦਿਸਣ ਨੂੰ ਥੋੜ੍ਹੀਆਂ, ਪਰ ਜਦੋਂ ਅੰਦਰ ਜਾਂਦੀਆਂ ਫਿਰ ਉਹ 4 ਗੁਣਾ ਵੱਧ ਜਾਂਦੀਆਂ ਤੁਹਾਡੇ ਅੰਦਰ, ਫੈਟ ਉਹ ਸਾਰਾ ਸਟੋਰ ਹੀ ਕਰ ਦਿੰਦੀਆਂ। ਸੋ ਜਿੰਨਾ ਮਿੱਠਾ ਟੋਟਲੀ ਬੰਦ, ਜਿੰਨੇ ਕੋਲਡ ਡਰਿੰਕ, ਜਿੰਨੀਆਂ ਵੀ ਜਿਹੜੀਆਂ ਪ੍ਰੋਸੈਸਡ ਫੂਡ ਹੈ ਇਹ ਜੀ। ਹੁਣ ਜਿੱਦਾਂ ਚਿੱਟਾ ਤੁਸੀਂ ਪੁੱਛਿਆ, ਵਾਈਟ ਦੇ ਵਿੱਚ ਪਹਿਲਾਂ ਆਪਣਾ ਚੀਨੀ ਆ ਗਈ, ਨਮਕ ਆ ਗਿਆ, ਮੈਦਾ ਆ ਗਿਆ, ਜਾਂ ਚਿੱਟੇ ਚਾਵਲ ਆ ਗਏ। ਠੀਕ ਹੈ ਜੀ, ਇਹਨਾਂ ਨੂੰ ਅਵੋਇਡ ਕਰਨਾ। ਬਰਾਊਨ ਰਾਈਸ ਲੈ ਸਕਦੇ ਆ। ਸੋ ਜਿਹੜੀਆਂ ਇਹ 100 ਪੁਆਇੰਟ ਵਾਲੇ ਫੂਡਸ, ਇਹਦੇ ਵਿੱਚ ਅਨਾਜ ਨੇ, ਦਾਲਾਂ ਜਿਹੜੀਆਂ ਛਿਲਕੇ ਵਾਲੀਆਂ ਗੁੱਡ ਹੁੰਦੀਆਂ ਆ, ਪਰ ਯੂਰਿਕ ਐਸਿਡ ਹੁੰਦਾ ਥੋੜਾ ਜਿਹਾ, ਇਹ ਹੁੰਦਾ। ਸੋ ਹੁਣ ਅਸੀਂ ਜਿਹੜੀ ਫੂਡ ਲੈਂਦੇ ਉਹਦੇ ਵਿੱਚ 3 ਚੀਜ਼ਾਂ ਅਸੀਂ ਮੋਸਟਲੀ ਲੈਂਦੇ ਹਾਂ ਨਾ, ਪ੍ਰੋਟੀਨ, ਫੈਟ ਤੇ ਕਾਰਬਸ ਜੀ। ਠੀਕ ਹੈ, ਹੁਣ ਅਗਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ 3 ਚੀਜ਼ਾਂ 'ਚ ਰਹਿਣਾ, ਇਸ ਤੋਂ ਜਿਹੜੀਆਂ 500 ਪੁਆਇੰਟ ਵਾਲਾ ਉਹ ਮੈਂ ਹੈਵੀ ਡੋਜ਼ ਜੀ, ਜਿੰਨਾ ਜੰਕ ਫੂਡ, ਆਈਸਕ੍ਰੀਮ, ਜੋ ਵੀ ਇਸ ਤੋਂ ਉੱਪਰਲੀ ਕੈਟਾਗਰੀ ਹੈ ਉਹ ਸਾਰੀ 500 'ਚ ਹੈ। ਬਿਲਕੁਲ, ਉਹਨੂੰ ਅਵੋਇਡ ਕਰੋ ਜਾਂ ਘਟਾ ਦਿਓ ਜਿੰਨਾ ਘਟਾ ਸਕਦੇ ਜੀ। ਬਟਰ ਦੇ ਵਿੱਚ ਜਿਹੜੇ ਓਇਲ ਹੈ ਇਹ ਬਹੁਤ weight ਨੂੰ ਗੇਨ ਕਰਦੇ ਹਨ, ਜਿੰਨੇ ਵੀ ਤੇਲ ਹੈ, ਚਾਹੇ ਕੋਈ ਵੀ ਆਲੇ ਵੀ ਕਹਿ ਲਓ, ਸੋ ਸਾਰੇ ਹੀ ਤੇਲ, ਬਟਰ ਜਿੰਨੇ ਵੀ ਹੈ ਸਾਰੇ ਮਾੜੇ ਹੈ। ਸੋ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਡਾਕਟਰ ਸਾਹਿਬ ਕਈ ਲੋਕ ਕਹਿੰਦੇ ਹੁੰਦੇ ਵੀ ਦੇਸੀ ਘਿਓ ਦਾ ਚਮਚਾ ਪਾ ਲੈਣਾ ਚਾਹੀਦਾ। ਦੇਖੋ ਕੋਈ ਵੀ ਤੇਲ, ਇਹ ਹੈ ਵੀ ਦੇਸੀ ਘਿਓ ਜਿਹੜਾ ਹੈਗਾ ਆ, ਪਰ ਫੈਟ ਤਾਂ ਬਹੁਤ ਹੈ ਉਹਦੇ ਵਿੱਚ ਵੀ, ਹੈ ਨਾ, ਉਹ ਬਟਰ ਤੋਂ ਹੀ ਤਿਆਰ ਹੋਇਆ ਹੈ ਨਾ। ਲੇਕਿਨ ਇਹ ਹੈ ਵੀ ਜਿਹੜਾ ਉਹ ਇਸ ਕਰਕੇ ਕਹਿੰਦੇ ਕਿ ਜਿਹਨੂੰ ਜਾਂ ਫਿਜ਼ੀਕਲ ਐਕਟੀਵਿਟੀ, ਮੈਂ ਕਹਿੰਦਾ ਤੁਸੀਂ ਜੋ ਮਰਜ਼ੀ ਖਾਓ, ਪਰ ਜੇ ਤੁਸੀਂ ਬਰਨ ਕਰਦੇ ਆ, ਜਿੱਦਾਂ ਮੈਂ ਦੱਸਿਆ ਟੈਂਕੀ 'ਚ ਪਾ ਕੇ, ਹੁਣ ਜੇ ਤੁਸੀਂ ਮੈਂ ਕੈਲਗਰੀ ਜਾਣਾ ਤਾਂ 40 ਲੀਟਰ ਤਾਂ ਲੱਗ ਗਿਆ। ਜੇ ਹੁਣ ਕਹੇ ਕੋਈ 40 ਲੀਟਰ ਮੈਂ ਐਡਮਿੰਟਨ ਦੇ ਵਿੱਚ ਖੜੀ 'ਚੋਂ ਬਰਨ ਕਰਨਾ, ਖੜੀ ਤੋਂ ਨਹੀਂ ਬਰਨ ਹੋਣਾ। ਬਿਲਕੁਲ, ਹੈ ਨਾ। ਸੋ ਬੋਡੀ ਨੂੰ ਬਰਨ ਕਰੋ, ਫਿਰ ਪਾਈ ਵੀ ਜਾਓ, ਹੈ ਨਾ। ਪਹਿਲਾਂ ਮੈਨੂੰ ਇੱਕ ਹੋਰ ਚੀਜ਼ ਚੇਤੇ ਆਈ ਆ, ਆਪਣੇ ਬਜ਼ੁਰਗ ਹੁੰਦੇ ਸੀਗੇ ਜੀ, ਬਿਲਕੁਲ ਮੇਲੇ ਲੱਗਦੇ ਹੁੰਦੇ ਸੀਗੇ, ਤੇ ਮੇਲਿਆਂ ਦੇ ਵਿੱਚ ਜੀ ਸ਼ਰਤ ਲਾ ਕੇ ਨਾ ਕਿਲੋ ਜਲੇਬੀਆਂ, ਕਿਲੋ ਲੱਡੂ ਦੇ ਵੱਡੇ ਕੜੇ ਵਾਲੇ ਜਿਹੜੇ ਗਲਾਸ ਆ ਘਿਓ ਦੇ, ਡੀਗ ਲਾ ਕੇ ਪੀ ਜਾਂਦੇ ਸੀਗੇ। ਬਿਲਕੁਲ ਉਹਨਾਂ ਨੂੰ ਇਹ ਜਿਹੜੀਆਂ ਹੈਲਥ ਪ੍ਰੋਬਲਮ ਸੀ ਉਹ ਨਹੀਂ ਸੀ ਆਉਂਦੀਆਂ। ਸੋ ਕੀ ਇਹ ਚੇਂਜਸ ਕੀ ਆ ਗਈਆਂ ਨੇ ਵੀ ਅਸੀਂ ਇੰਨਾ ਸ਼ਿਕਾਰ ਹੋ ਗਏ ਮੋਟਾਪੇ ਦੇ ਜਾਂ ਇਹਨਾਂ ਸਮੱਸਿਆਵਾਂ ਦੇ? ਫੋਨ ਨੰਬਰ 1, ਆਪਾਂ ਫਿਜ਼ੀਕਲ ਐਕਟੀਵਿਟੀ ਕੋਈ ਵੀ ਨਹੀਂ, ਵਾਕ ਤਾਂ ਹੈ ਹੀ ਨਹੀਂ ਹੈ, ਹੈ ਨਾ। ਆਪਾਂ ਗੱਡੀ 'ਚ ਸਾਰਾ ਕੁਝ ਕਰਦੇ ਹਾਂ, ਹੈ ਨਾ। ਸੋ ਕੋਈ ਵੀ ਬੰਦਾ ਜਿਹੜਾ ਹੈਗਾ ਆ ਡਾਈਟ ਦੇ ਵਿੱਚ ਪ੍ਰੋਸੈਸਡ ਫੂਡ ਹੈ, ਜਿੰਨਾ ਪ੍ਰੋਸੈਸਡ ਫੂਡ ਹੈ ਉਹਦੇ ਵਿੱਚ ਫੈਟ, ਸੋਡੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਨਾ। ਹੁਣ ਉਹ ਪਹਿਲਾਂ ਹੈ ਹੀ ਨਹੀਂ ਸੀ ਹੁੰਦੇ। ਘਰ ਦੀ ਰੋਟੀ ਖਾਣੀ, ਘਰ ਦੀਆਂ ਸਬਜ਼ੀਆਂ ਖਾਣੀਆਂ, ਕੱਚਾ ਜ਼ਿਆਦਾ ਮੂਲੀ ਖਾਈ ਜਾਣੀ ਖੇਤਾਂ ਦੇ ਵਿੱਚ, ਗਾਜਰਾਂ ਖਾ ਲੈਣੀਆਂ, ਹੈ ਨਾ। ਫਿਜ਼ੀਕਲੀ ਦੇ ਵਿੱਚ 14-15 ਘੰਟੇ ਦੇ ਵਿੱਚ 10 ਘੰਟੇ ਤਾਂ ਉਹਨੇ ਫਿਜ਼ੀਕਲ ਐਕਟੀਵਿਟੀ ਕਰਨੀ, ਤੁਰੇ ਫਿਰਦੇ ਸੀ, ਸਾਈਕਲ ਚਲਾਈ ਜਾਂਦੇ ਸੀ, ਹੈ ਨਾ। ਸੋ ਉਹ ਬਹੁਤ ਵੱਡਾ ਫਰਕ ਹੈ। ਹੁਣ ਦਾ ਜਿਹੜਾ ਕੈਮੀਕਲ ਫੂਡ ਹੈ ਇਹ ਬਹੁਤ weight gain ਕਰ ਰਿਹਾ। ਪ੍ਰੋਬਲਮ ਹਰ ਇੱਕ ਨੂੰ, ਦਵਾਈਆਂ ਚੱਲ ਰਹੀਆਂ, ਹਰ ਘਰ ਦੇ ਵਿੱਚ ਕੁਛ ਨਾ ਕੁਛ ਚੱਲ ਰਿਹਾ, ਇਹ ਸਾਰਾ weight gain ਕਰਦਾ ਹੈ ਨਾ। ਸੋ ਡਾਈਟ ਜਿਹੜੀ ਸੀ, ਮੈਂ ਜਿਸ ਤਰ੍ਹਾਂ ਦੱਸਿਆ ਕਿ ਕੈਲਰੀਜ਼ ਵਾਈਜ਼ ਜਿਹੜੀ ਹੈਗੀ, ਜਿਸ ਤਰ੍ਹਾਂ ਮੈਂ ਡਿਵਾਈਡ ਕੀਤਾ, ਸੋ ਪਹਿਲੇ 3 ਫੂਡ ਜਿਹੜੇ ਪੁਆਇੰਟਸ ਦੇ ਵਿੱਚ ਰਹਿਣਾ, 20, 50 ਤੇ 100। ਠੀਕ ਹੈ, ਸਭ ਤੋਂ ਜ਼ਿਆਦਾ ਦਿਨ 'ਚ ਚੂਜ਼ ਕਰਨਾ 20 ਪੁਆਇੰਟ ਵਾਲਾ ਫੂਡ, ਫਿਰ 50 ਪੁਆਇੰਟ ਵਾਲਾ, ਜੇ ਤੁਹਾਨੂੰ ਲੋੜ ਪੈਂਦੀ ਦਿਨ ਦੇ ਵਿੱਚ ਇੱਕ ਵਾਰ ਰਾਈਸ ਜਾਂ ਤੁਸੀਂ ਰੋਟੀ ਵੀ ਖਾ ਸਕਦੇ ਆ, ਹੈ ਨਾ। ਤੇ ਜਿਹੜਾ 0% ਵਾਲਾ ਉਹਨੂੰ ਸਭ ਤੋਂ ਵੱਧ ਰੱਖਣਾ, 0% ਜਿਹੜਾ ਕੈਲਰੀਜ਼ ਪਾਣੀ ਜਿੰਨਾ ਵੱਧ ਤੋਂ ਵੱਧ ਪੀ ਸਕਦੇ ਆ। ਸੋ ਇਹ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਅੱਜ ਤੋਂ ਹੀ, ਕਿਉਂਕਿ ਬੱਚਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਰਹੀ ਆ। ਹੁਣ ਆਪਾਂ ਨੂੰ ਆਮ ਕਿੱਦਾਂ ਪਤਾ ਲੱਗੇ, ਬੱਚਿਆਂ ਦੇ ਵਿੱਚ ਵੀ ਹੈ ਕਿ ਭਾਈ ਬੱਚਾ ਸਾਡਾ obese ਹੋ ਰਿਹਾ ਜਾਂ ਓਵਰਵੇਟ ਹੋ ਰਿਹਾ ਨਾ। ਇੱਕ ਸਿੰਪਲ ਜੀ ਕੈਲਕੂਲੇਸ਼ਨ ਹੈਗੀ ਹੈ, ਇਹਨੂੰ ਥੋੜਾ ਜਿਹਾ ਆਮ ਬੰਦੇ ਨੂੰ ਵੀ ਮੈਂ ਦੱਸਦਾ ਕਿ ਇਹਨੂੰ ਕੈਲਕੂਲੇਟ ਕਰਨਾ ਈਜ਼ੀ ਹੈ। ਆਪਣੀ ਜਿਹੜੀ ਹਾਈਟ ਹੈ ਨਾ ਉਹਨੂੰ ਇੰਚਾਂ ਦੇ ਵਿੱਚ ਨਾਪ ਲਓ ਜੀ। ਐਗਜ਼ਾਮਪਲ ਹੈ, ਮੰਨ ਲਓ 6 ਫੁੱਟ ਹਾਈਟ ਹੈ, ਠੀਕ ਹੈ, ਉਹਨੂੰ 72 ਇੰਚ ਹੋ ਗਿਆ। ਸੋ ਤੁਹਾਡੀ ਵੇਸਟ ਜਿਹੜੀ ਹੈ ਪੈਂਟ ਦੀ ਜਾਂ ਜੋ ਵੀ ਹੈ ਉਹ 30, ਉਹਦੀ ਹਾਫ ਤੋਂ ਉੱਪਰ ਨਹੀਂ ਜਾਣੀ ਚਾਹੀਦੀ, ਨੀਚੇ ਹੋਣੀ ਚਾਹੀਦੀ ਹੈ। ਜੇ 72 ਇੰਚ ਹਾਈਟ ਹੈ ਤਾਂ 36 ਤੋਂ ਥੱਲੇ ਜੀ, ਹੈ ਨਾ। ਜੇ ਕਿਸੇ ਦੀ ਉਸ ਤੋਂ ਘੱਟ ਹੈ 70 ਤੋਂ ਘੱਟ, that means you are in good shape, you are in a good shape। ਅਗਰ ਤੁਹਾਡੀ ਵੇਸਟ ਜ਼ਿਆਦਾ ਆ ਤਾਂ ਇਟ ਮੀਨਸ ਕਿ ਤੁਸੀਂ ਓਵਰਵੇਟ ਹੋ। ਉਹ ਹੁਣ ਜੇ ਕਿਸੇ ਦੀ 72 ਵਾਲੇ ਦੀ 40 ਆ ਤਾਂ ਉਹ ਓਬਿਸਿਟੀ ਆ, ਜੇ ਉਹ 36 ਆ ਚਾਹੀਦੀ ਆਪਾਂ ਨੂੰ 37 ਆ ਤਾਂ ਥੋੜਾ ਜਿਹਾ ਓਵਰਵੇਟ, ਜਿੱਦਾਂ ਮੈਂ ਤੁਹਾਡਾ ਦੱਸਿਆ ਕਿ BMI ਆ। ਸੋ BMR ਤੇ BMI ਜਿਹੜੀਆਂ ਇਹ ਜ਼ਰੂਰੀ ਹੈ। ਇੱਕ ਸਿੰਪਲ ਹੈ BMR, ਬੇਸਲ ਮੈਟਾਬੋਲਿਕ ਰੇਟ ਹੁੰਦਾ ਹੈ। ਇਹ ਬਾਡੀ ਦੇ ਵਿੱਚ ਸਾਡੀਆਂ ਕੈਲੋਰੀਜ਼ ਨੂੰ ਬਰਨ ਕਰਦਾ ਹੈ ਨਾ।
ਜਿਹਦਾ BMR ਜ਼ਿਆਦਾ ਹੋਏਗਾ ਉਸ ਬੰਦੇ ਦੇ ਫੈਟ ਅਬਜ਼ੌਰਬ ਨਹੀਂ ਹੋਊਗੀ। ਸੋ BMR ਨੂੰ ਥੋੜ੍ਹਾ ਜਿਹਾ ਉੱਪਰ ਕਰਨ ਦੇ ਲਈ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੀ ਐਕਸਰਸਾਈਜ਼ ਹੈ ਉਹ ਤੁਸੀਂ ਕੋਸ਼ਿਸ਼ ਕਰੋ, ਜੇ ਤੁਸੀਂ ਯੰਗ ਹੈ ਤਾਂ ਵੇਟ ਲਿਫਟਿੰਗ, ਜੇ ਥੋੜ੍ਹਾ ਜਿਹਾ ਹੋਰ ਹੈ ਤਾਂ ਦੌੜਨਾ, ਹੈ ਨਾ। ਅਤੇ ਕੈਫੀਨ ਜਿਹੜੀ ਹੈਗੀ ਆ, ਜਿੱਦਾਂ ਮੈਂ ਇਹ ਵੀ ਦੇਖਿਆ ਸੀ ਕਿ ਜੇ ਤੁਸੀਂ ਡਾਈਟ ਦੇ ਵਿੱਚ ਜੇ ਤੁਸੀਂ ਐਕਸਰਸਾਈਜ਼ ਕਰਨ ਜਾਂਦੇ ਆ, ਅੱਧਾ ਪੌਣਾ ਘੰਟਾ ਥੋੜ੍ਹੀ ਜਿਹੀ ਕੈਫੀਨ ਜਾਂ ਕੌਫੀ ਪੀ ਲਓ, ਉਹ ਤੁਹਾਡੀ ਹੋਰ ਬਰਨ ਕਰੇਗੀ ਜਦੋਂ ਤੁਸੀਂ ਫਿਜ਼ੀਕਲ ਐਕਟੀਵਿਟੀ ਕਰੋਗੇ ਜਾਂ ਐਕਸਰਸਾਈਜ਼ ਕਰੋਗੇ, ਹੈ ਨਾ। ਸੋ ਇਹ ਜਿਹੜੀ ਡਾਈਟ ਹੈਗੀ ਆ, ਇਹਦੇ ਨਾਲ ਨਾਲ ਤੁਹਾਡਾ ਜਿਹੜਾ BMR ਜਿਹੜਾ ਹੈਗਾ ਅਗਰ ਹਾਈ ਹੁੰਦਾ ਆ, ਹੈ ਨਾ, ਤਾਂ ਉਹਦੇ ਨਾਲ ਜਿਹੜੀ ਜਿੱਦਾਂ ਸਲੀਪ ਦਾ ਮੈਂ ਦੱਸਿਆ ਸੀ, ਸਲੀਪ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਨਾ। ਅਗਰ ਤੁਸੀਂ ਨੀਂਦ ਨਹੀਂ ਲਓਗੇ ਤੁਹਾਡਾ weight gain ਹੋਏਗਾ। ਸੋ ਸਲੀਪ ਜਿਹੜੀ ਹੈਗੀ ਆ ਉਹ ਪ੍ਰੋਪਰ ਲੈਣੀ ਚਾਹੀਦੀ ਆ। ਮੈਡੀਕੇਸ਼ਨ ਜੇ ਕੋਈ ਚੱਲ ਰਹੀ ਆ, ਥਾਇਰਾਇਡ ਵਾਲੇ ਪੇਸ਼ੈਂਟ ਨੂੰ ਵੀ ਜ਼ਰੂਰ ਦੱਸਾਂਗਾ ਕਿ ਜੇ ਥਾਇਰਾਇਡ ਹੋ ਗਿਆ ਤਾਂ ਐਡੀ ਵਾਰੀ ਵਾਲੀ ਗੱਲ ਨਹੀਂ ਹੈਗੀ, ਪਰ ਡਾਈਟ ਜਿਹੜੀ ਹੈਗੀ ਹੈ, ਜਿਹੜੀ weight gaining ਵਾਲੀ ਡਾਈਟ ਹੈ, ਉਹਨੂੰ ਅਵੋਇਡ ਕਰਨਾ ਬਹੁਤ ਜ਼ਰੂਰੀ ਹੈ ਅਗਰ ਥਾਇਰਾਇਡ ਵਾਲਾ ਵੀ ਪੇਸ਼ੈਂਟ ਹੈ। ਕਈਆਂ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਕਿ ਭਾਈ ਮੇਰਾ weight ਜਿੱਦੀ ਆ, ਮੈਂ ਬਹੁਤ ਕੋਸ਼ਿਸ਼ ਕਰ ਲਈ, ਬਹੁਤ ਡਾਈਟ ਕਰ ਲਈ, ਕਈ ਮੇਰੇ ਵਰਗੇ ਕਹਿੰਦੇ ਜੀ ਮੈਨੂੰ ਤਾਂ ਪਾਣੀ ਵੀ ਲੱਗ ਜਾਂਦਾ। ਬਿਲਕੁਲ ਉਹਦੇ ਵਿੱਚ ਇਹ ਹੁੰਦਾ ਆ ਕਿ ਤੁਸੀਂ ਆਪਣਾ ਥੋੜਾ ਜਿਹਾ ਇਹੀ ਜਿਹੜੇ ਹਾਰਮੋਨਲ ਇੰਬੈਲੈਂਸ ਹੁੰਦੇ ਆ ਕਈ ਕੇਸਿਸ ਦੇ ਵਿੱਚ ਹੋ ਜਾਂਦਾ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਟੌਪਿਕ ਕੀਤਾ ਸੀ ਕਿ ਫੈਟੀ ਲਿਵਰ ਹੈ ਨਾ। ਅਗਰ ਤੁਹਾਡਾ ਫੈਟੀ ਲਿਵਰ ਹੈ ਤਾਂ ਤੁਹਾਡਾ ਜਦੋਂ ਅਸੀਂ ਡਾਈਟ ਲੈਂਦੇ ਆ, ਜਿਹੜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਪ੍ਰੋਟੀਨ ਥੋੜਾ ਜ਼ਿਆਦਾ ਲੈਣਾ ਚਾਹੀਦਾ ਉਸ ਬੰਦੇ ਨੂੰ, ਫੈਟ ਜਾਂ ਕਾਰਬਸ ਘਟਾ ਦੇਣੇ ਚਾਹੀਦੇ ਆ, ਹੈ ਨਾ। ਕਿਉਂਕਿ ਫੈਟ ਜਿਹੜਾ ਤੁਹਾਡਾ ਆਲਰੇਡੀ ਲਿਵਰ ਦੇ ਵਿੱਚ ਸਟੋਰ ਹੋਇਆ ਆ, ਹੁਣ ਜਿਹੜਾ ਤੁਸੀਂ ਡਾਈਟ ਦੇ ਵਿੱਚ ਫੈਟ ਲਿਆ ਉਹ ਲਿਵਰ ਦੇ ਵਿੱਚ ਤਾਂ ਪਹਿਲਾਂ ਹੀ ਸਟੋਰ ਹੋਇਆ, ਉਹ ਬੋਡੀ ਨੇ ਉਹਨੂੰ ਬੋਡੀ ਦੇ ਨਾਲ ਹੋਰ ਪਾਸੇ ਮਸਲਸ ਦੇ ਵਿੱਚ ਜਾਂ ਮਾਸ ਦੇ ਵਿੱਚ ਜਮ੍ਹਾਂ ਕਰ ਦੇਣਾ, ਜਿਹਦੇ ਨਾਲ ਓਬੇਸਿਟੀ ਆ ਜਾਏਗੀ। ਠੀਕ ਹੈ। ਸੋ ਉਹ ਜਿੱਦੀ ਵਾਲਾ ਵੀ ਕਰ ਸਕਦਾ, ਥੋੜਾ ਜਿਹਾ ਉਹਨੂੰ ਪੇਸ਼ੈਂਸ ਰੱਖ ਕੇ ਆਪਣੀ ਐਕਟੀਵਿਟੀ ਜੇ ਯੰਗ ਹੈ ਤਾਂ ਉਹਨੂੰ ਵਧਾਉਣਾ ਚਾਹੀਦਾ, ਪਰ ਸਾਡੀ ਰਿਕੁਐਸਟ ਇਹੀ ਹੈ ਵੀ ਟਾਈਮ ਦੇ ਉੱਤੇ ਇਹਨੂੰ ਕੰਟਰੋਲ ਕਰ ਲਓ ਤਾਂ ਜ਼ਿਆਦਾ ਵਧੀਆ। ਡਾਕਟਰ ਸਾਹਿਬ ਦੀਆਂ ਗੱਲਾਂ ਤੋਂ ਮੈਂ ਜੋ ਨਿਚੋੜ ਕੱਢਿਆ ਕਿ ਆਪਣੀ ਇੱਕ ਤੇ ਫਿਜ਼ੀਕਲ ਐਕਟੀਵਿਟੀ ਵਧਾਈ ਜਾਵੇ, ਬਿਲਕੁਲ ਡਾਈਟ ਜਿਹੜੀ ਆ ਉਹਦੇ ਉੱਪਰ ਨਿਗਾਹ ਰੱਖੀ ਜਾਵੇ ਵੀ ਕੀ ਖਾ ਰਹੇ, ਬਿਲਕੁਲ ਇਨਟੇਕ ਤੇ ਕੰਜ਼ਿਊਮ ਜੀ, ਔਰ ਪਾਣੀ ਵੱਧ ਤੋਂ ਵੱਧ ਪੀਓ, ਨੀਂਦ ਚੰਗੀ ਲਓ। ਇਹਨਾਂ ਚੀਜ਼ਾਂ ਦੇ ਨਾਲ ਅਸੀਂ ਜਿਹੜੀ ਆ ਇਹਨੂੰ ਕੰਟਰੋਲ ਕਰ ਸਕਦੇ ਹਾਂ। ਬਿਲਕੁਲ। ਸੋ ਡਾਕਟਰ ਸਾਹਿਬ ਇੱਕ ਹੋਰ ਚੀਜ਼ ਸੀਗੀ, ਅੱਜ ਕੱਲ੍ਹ ਬਹੁਤ ਪ੍ਰਚਲਨ ਆ ਵੀ ਇੰਟਰਮਿਟੈਂਟ ਫਾਸਟਿੰਗ ਆ ਜੀ, ਉਹ ਕੀ ਚੀਜ਼ ਆ ਔਰ ਕਿੰਨੀ ਕੁ ਕਾਰਗਰ ਹੋ ਸਕਦੀ ਆ ਮੋਟਾਪੇ ਨੂੰ ਕੰਟਰੋਲ ਕਰਨ ਦੇ? ਦੇਖੋ ਇਹ ਦੇਖੋ ਹੁਣ ਅੱਜ ਕੱਲ੍ਹ ਇਹ ਚੱਲ ਗਿਆ ਹੈਗਾ ਆ, ਪਰ ਅਸੀਂ ਇਹ ਕਹਿੰਦੇ ਆ ਵੀ ਇਹ ਜਿਹੜੀ ਜੋ ਵੀ ਤੁਸੀਂ ਇਹ ਨਾ ਟੈਂਪਰਲੀ ਕਰਦੇ ਆ, ਉਹਦੇ ਨਾਲੋਂ ਬਿਹੇਵੀਅਰ ਆਪਣਾ ਬਣਾਓ ਵੀ ਆਪਾਂ ਆਹ ਚੀਜ਼ ਖਾਣੀ ਆ, ਖਾ ਸਕਦੇ ਜਿੱਦਾਂ ਮੈਂ ਦੱਸਿਆ। ਪਰ ਜਿਹੜੀ ਜੇ ਫਾਸਟਿੰਗ 10 ਕੁ ਦਿਨ ਹੁੰਦੀ ਆ, ਜਦੋਂ ਉਹ ਪੀਰੀਅਡ ਹੁੰਦਾ 6 ਘੰਟੇ 8 ਘੰਟੇ ਦਾ, ਉਹ 'ਚ ਤੁਸੀਂ ਓਵਰ ਖਾ ਜਾਂਦੇ ਹੋ, ਓਬਵੀਅਸਲੀ ਬੋਡੀ ਕਿੱਥੇ ਪਾਏਗੀ, ਹੈ ਨਾ। ਸੋ ਹਰ ਇੱਕ ਜਗ੍ਹਾ ਆਪਣੀ ਆਪਣੀ ਤੇ ਠੀਕ ਹੈ, ਪਰ ਅਸੀਂ ਇਹ ਚਾਹੁੰਦੇ ਆ ਵੀ ਹਰ ਰੋਜ਼ ਆਪਣੀ ਡਾਈਟ ਦੇ ਵਿੱਚ ਇਹਨਾਂ ਫੂਡ ਨੂੰ ਘਟਾਓ। ਚੀਟ ਕਰ ਸਕਦੇ ਆ ਲਿਟਲ ਬਿਟ ਵਨਸ ਏ ਵਾਈਲ, ਪਰ ਜਿਸ ਦਿਨ ਚੀਟ ਕਰਨਾ ਉਸ ਦਿਨ ਮਾਈਂਡ 'ਚ ਰੱਖੋ ਵੀ ਹੁਣ ਮੈਨੂੰ ਬਰਨ ਕਰਨਾ। ਚੀਟ ਕਰਕੇ ਪਰੌਠੇ ਖਾ ਕੇ ਸੌਣਾ ਨਹੀਂ ਹੈ, ਠੀਕ ਹੈ ਜੀ, ਬਰਨ ਕਰਨਾ ਇਹ ਬਹੁਤ ਜ਼ਰੂਰੀ ਹੈ। ਤੇ ਡਾਕਟਰ ਸਾਹਿਬ ਹੁਣ ਸਮਾਂ ਹੋ ਚੁੱਕਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਜਾਣ ਤੋਂ ਪਹਿਲਾਂ ਇੱਕ ਵਾਰੀ ਕੋਈ ਖਾਸ ਇਹੀ ਜਿਹੜੇ ਟੌਪਿਕ ਨੇ ਇਹਨਾਂ ਦਾ ਕੋਈ ਨਿਚੋੜ ਜਾਂ ਕੋਈ ਖਾਸ ਸੁਨੇਹਾ, ਔਰ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਨੰਬਰ ਵੀ ਸਾਂਝਾ ਕਰ ਦਿਓ। ਜੀ ਬਿਲਕੁਲ। ਦੇਖੋ ਸੁਨੇਹਾ ਇਹੀ ਹੈ ਕਿ ਬਿਮਾਰੀਆਂ ਤੋਂ ਬਚਣਾ ਤਾਂ ਆਪਾਂ ਨੂੰ weight ਤੇ ਜ਼ਰੂਰੀ ਕੰਟਰੋਲ ਹੈ, ਕਿਉਂਕਿ ਰਿਸਕ ਫੈਕਟਰ ਬਹੁਤ ਨੇ, ਹੈ ਨਾ। ਜੇ ਆਪਾਂ ਬਿਮਾਰੀਆਂ ਬਾਅਦ ਵਿੱਚ ਸੰਭਲੇ ਕੇ ਵਧਾ ਲਈਆਂ ਫਿਰ ਤਾਂ ਕੋਈ ਫਾਇਦਾ ਨਹੀਂ, ਸਾਨੂੰ ਪਹਿਲਾਂ ਤੋਂ ਸੰਭਲਣ ਦੀ ਲੋੜ ਹੈ। ਸੋ ਬਿਮਾਰੀਆਂ ਜਿਹੜੀਆਂ ਹੈ, ਜੇ ਕਿਸੇ ਦਾ ਨਹੀਂ ਵੀ weight, ਅਸੀਂ ਵੈਸੇ ਕੋਈ ਵੀ ਮੈਡੀਕੇਸ਼ਨ ਐਡਵਾਈਜ਼ ਨਹੀਂ ਕਰਦੇ, ਪਰ ਜੇ ਕਿਸੇ ਦੀ ਹੈਲਥ ਕੰਡੀਸ਼ਨ ਦੇ ਨਾਲ weight gain ਹੋ ਰਿਹਾ ਹੈ, ਕੋਈ ਥਾਇਰਾਇਡ ਹੈ ਜਾਂ ਕੋਈ ਹੋਰ ਕੰਡੀਸ਼ਨ ਹੈ ਜਿੱਦਾਂ ਕਸ਼ਿੰਗ ਸਿੰਡਰੋਮ ਹੈ, ਇਹ ਕਿਉਂਕਿ ਮੈਡੀਕਲ ਕੰਡੀਸ਼ਨ ਹੈ, ਇਹਦੇ ਵਿੱਚ ਤੁਹਾਡੀ ਤੁਸੀਂ ਚਾਹੋ ਵੀ ਤਾਂ ਵੀ ਨਹੀਂ weight lose ਹੋ ਸਕਦਾ। ਸੋ ਉਹਦੇ ਵਿੱਚ ਮੈਡੀਸਨ ਹੋਮਪੈਥਿਕ ਬਹੁਤ ਅੱਛੀਆਂ ਹੈ ਜਿਹੜੀਆਂ ਇਹਦੇ ਵਿੱਚ ਕਾਰਗਰ ਹੋ ਸਕਦੀਆਂ ਆ। ਸੋ ਮੇਰਾ ਫੋਨ ਨੰਬਰ ਹੈ ਜੀ 7805047808 ਤੇ ਮੇਰੀ ਵੈਬਸਾਈਟ ਜਿਹੜੀ ਹੈਗੀ ਆ www.albertahomeopathy.ca, ਉੱਥੇ ਜਾ ਕੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ, ਈਵਨ ਤੁਸੀਂ ਅਪਾਇੰਟਮੈਂਟ ਵੀ ਬਣਾ ਸਕਦੇ ਹੋ। ਸੋ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਵਾਕਈ ਅੱਜ ਕਾਫੀ ਅਹਿਮ ਜਾਣਕਾਰੀਆਂ ਤੁਸੀਂ, ਕਿਉਂਕਿ ਮੋਟਾਪਾ ਜਿਹੜਾ ਜੀ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਿ ਕਾਫੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਿਲਕੁਲ ਜੀ। ਸੋ ਤੁਸੀਂ ਸਾਡੇ ਸਟੂਡੀਓ 'ਚ ਆਏ, ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਬਾਬਤ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਆਪ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ। ਸੋ ਇਹ ਸਨ ਡਾਕਟਰ ਅਵਤਾਰ ਸਿੰਘ ਭੱਟੀ, ਜਿਹੜੇ ਕਿ ਐਡਮਿੰਟਨ ਸ਼ਹਿਰ ਦੇ ਜਾਣੇ ਪਛਾਣੇ ਹੋਮਿਓਪੈਥੀ ਐਕਸਪਰਟ ਹਨ, ਔਰ ਅੱਜ ਇਹਨਾਂ ਨੇ ਮੋਟਾਪਾ ਜਿਹੜੀ ਕਿ ਇੱਕ ਬਹੁਤ ਗੰਭੀਰ ਸਿਹਤ ਸਮੱਸਿਆ ਹੈ ਬਾਬਤ ਤੁਹਾਡੇ ਨਾਲ ਗੱਲਬਾਤ ਕੀਤੀ, ਜਾਣਕਾਰੀਆਂ ਦਿੱਤੀਆਂ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਮਾਹਰਾਂ ਨਾਲ ਤੁਹਾਨੂੰ ਮਿਲਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ।
ਧੰਨਵਾਦ।